ਕਿ ਕਾਂਗਰਸ ਦੇ ਉੱਤੇ ਇੱਕ ਬਹੁਤ ਵੱਡਾ ਅਸੀਂ ਸਮਝਦੇ ਹਾਂ ਕਿ ਸੰਕਟ ਆਇਆ। 5 ਦਿਨ ਪਹਿਲਾਂ ਸੁਨੀਲ ਜਾਖੜ ਹੋਣਾ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤੀ ਕਿ ਕੀ ਨਵਜੋਤ ਸਿੱਧੂ ਸਰੈਂਡਰ ਕਰਨਗੇ ਨਹੀਂ ਕਰਨਗੇ। ਉਹਨਾਂ ਨੇ ਐਪਲੀਕੇਸ਼ਨ ਲਾ ਦਿੱਤੀ ਹੈ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ। ਕਾਂਗਰਸ ਨੇ ਸੁਸਾਈਡ ਕਮਿਟ ਕਰ ਲਈ ਹੈ ਪੰਜਾਬ ਦੇ ਵਿੱਚ। ਕਿਲਰ ਰਹੇ ਨੇ, ਖਲਾਰਾ ਪੈ ਰਿਹਾ ਬੜੀ ਬੁਰੀ ਤਰ੍ਹਾਂ ਔਰ ਹੋਰ ਆਉਣ ਵਾਲੇ ਦਿਨਾਂ 'ਚ ਪਊਗਾ। ਸਿੱਧੂ ਸਾਹਿਬ ਦਾ ਸਿਆਸਤ ਦੇ ਵਿੱਚ ਕੋਈ ਫਿਊਚਰ ਨਹੀਂ ਹੈ। ਐਂਟਰਟੇਨਮੈਂਟ ਇੰਡਸਟਰੀ 'ਚੋਂ ਜੋ ਮਰਜ਼ੀ ਕਰ ਸਕਦੇ ਨੇ ਜਾ ਕੇ। ਇਹਦੇ ਲਈ ਉਹਨਾਂ ਨੂੰ ਚੀਫ ਜਸਟਿਸ ਆਫ ਇੰਡੀਆ ਕੋਲੇ ਹੀ ਰਿਕੁਐਸਟ ਕਰਨੀ ਪਏਗੀ। ਇਹ ਹੋਰ ਉਹਨਾਂ ਦੇ ਲਈ ਸੰਕਟ ਦੀ ਵੱਡੀ ਗੱਲ ਹੈ। ਦੇਖੋ, ਇਹ ਤਾਂ ਹੁਣ ਜਿਹੜੀਆਂ ਸ਼ਕਤੀਆਂ ਨੇ ਪਿੱਛੇ ਜਿਹੜੀਆਂ ਆਪਰੇਟ ਕਰ ਰਹੀਆਂ ਨੇ ਇਸ ਚੀਜ਼ ਨੂੰ, ਉਹਨਾਂ ਤੇ ਡਿਪੈਂਡ ਕਰਦਾ ਹੈ ਜੀ। ਫੜੀ ਵਾਲਾ ਇੱਕ ਮਜ਼ਦੂਰ 34 ਸਾਲ ਕੇਸ ਲੜ ਸਕਦਾ। ਸਭ ਤੋਂ ਪੁਰਾਣਾ ਕੇਸ ਹੈ ਜਿਹੜਾ ਬ੍ਰਿਟਿਸ਼ ਗਵਰਨਮੈਂਟ ਵੇਲੇ ਤੋਂ ਪਾਸ ਹੋ ਕੇ ਅੱਗੇ ਆਇਆ। ਅੱਛਾ, ਉਹ 1800 ਆ, ਸਨ 1800 ਦਾ। ਅੱਛਾ। ਔਰ ਉਹਦੇ ਉੱਤੇ ਆਖਰੀ ਸੁਣਵਾਈ 20 ਨਵੰਬਰ 2018 ਵਿੱਚ ਹੋਈ ਹੋਈ ਹੈ। ਆਪਣੇ ਕੋਲ ਇਹ ਵੀ ਐਗਜ਼ਾਮਪਲਾਂ ਨੇ ਕਿ ਇਦਾਂ ਦੀਆਂ ਵੀ ਬਲੈਂਕਟ ਬੇਲਸ ਮਿਲੀਆਂ ਨੇ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਵੀ ਇਹ ਬੰਦਾ ਜੇ ਕੋਈ ਕ੍ਰਾਈਮ ਕਰੂਗਾ ਉਹ 'ਚ ਵੀ ਜ਼ਮਾਨਤ ਦਿੱਤੀ। ਜਿਸ ਦਿਨ ਤੁਸੀਂ ਮੀਡੀਆ ਦੀ ਸਕਰੀਨ ਤੋਂ ਗਾਇਬ ਹੋ ਗਏ ਉਸ ਦਿਨ ਤੁਸੀਂ ਸਾਰੇ ਥਾਵਾਂ ਤੋਂ ਗਏ। ਕਿ ਨਵਜੋਤ ਸਿੱਧੂ ਹੋਣਾ ਨੇ ਆਪਣੀ ਟੀਮ ਦੇ ਵਿੱਚ ਸੈਕੰਡ ਤੇ ਰੱਖਿਆ ਹੀ ਕੋਈ ਨਹੀਂ। ਸਾਡੇ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। D5 ਤੇ ਸਾਰੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ। ਅੱਜ ਖਾਸ ਖਬਰ ਜਿਹੜੀ ਚੱਲ ਰਹੀ ਹੈ ਉਸ ਦੇ ਉੱਤੇ ਸਾਰਿਆਂ ਦਾ ਹੀ ਧਿਆਨ ਲੱਗਿਆ ਹੋਇਆ ਹੈ ਕਿ ਨਵਜੋਤ ਸਿੱਧੂ ਹੋਣਾ ਨੂੰ ਜੋ ਸੁਪਰੀਮ ਕੋਰਟ ਨੇ 1 ਸਾਲ ਦੀ ਸਜ਼ਾ ਸੁਣਾਈ ਹੈ ਉਸ ਦੇ ਉੱਤੇ ਕੀ ਕੁਝ ਹੋਣ ਵਾਲਾ ਹੈ। ਨਵਜੋਤ ਸਿੱਧੂ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਣ ਵਾਲਾ ਹੈ, ਲੋਕ ਇਸ ਨੂੰ ਕਿਵੇਂ ਵੇਖਦੇ ਆ, ਸਿਆਸਤ ਕਿਵੇਂ ਵੇਖਦੀ ਹੈ, ਉਹ ਨਵਜੋਤ ਸਿੱਧੂ ਹੋਣਾ ਦੇ ਫੈਨ ਕਿਵੇਂ ਵੇਖਦੇ ਆ। ਸੋ ਬਹੁਤ ਕੁਝ ਜੁੜਿਆ ਹੋਇਆ ਕਿਉਂਕਿ ਨਵਜੋਤ ਸਿੱਧੂ ਜਦੋਂ ਤੋਂ ਸਿਆਸਤ ਵਿੱਚ ਆਏ ਆ ਤਾਂ ਉਦੋਂ ਤੋਂ ਹੀ ਉਹ ਆਪਣੇ ਆਪ ਨੂੰ ਉਹਨਾਂ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਸੁਰਖੀਆਂ ਦੇ ਵਿੱਚ ਰੱਖਿਆ ਹੋਇਆ। ਪਿਛਲੇ ਸਮੇਂ ਦੇ ਵਿੱਚ ਜੋ ਕੁਝ ਹੋਇਆ ਤੁਸੀਂ ਸਾਰੇ ਜਾਣਦੇ ਹੋ, ਪਰ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜੀ ਅੱਜ ਉਹਨਾਂ ਨੂੰ ਕੱਲ੍ਹ ਸਜ਼ਾ ਸੁਣਾਈ ਗਈ ਹੈ ਉਸ ਦੇ ਆਉਣ ਵਾਲੇ ਦਿਨਾਂ ਵਿੱਚ ਕੀ ਪ੍ਰਭਾਵ ਪੈਣ ਵਾਲੇ ਆ। ਅਸੀਂ ਇਸ ਦੇ ਲਈ ਡਾਕਟਰ ਹਰਵਿੰਦਰ ਭੱਟੀ ਹੋਣਾ ਨੂੰ ਵਿਸ਼ੇਸ਼ ਤੌਰ ਤੇ ਸੱਦਿਆ, ਜੋ ਕਿ ਪ੍ਰਸਿੱਧ ਜਿਹੜੇ ਉਹ ਟਿੱਪਣੀਕਾਰ ਨੇ ਸਿਆਸਤ ਦੇ ਉੱਤੇ ਔਰ ਇਸ ਸਾਰੇ ਮਸਲੇ ਨੂੰ ਵੇਖਦੇ ਆ। ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਸਿੱਧੂ ਭੱਟੀ ਸਾਹਿਬ, ਤੁਹਾਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਜਿਸ ਤਰ੍ਹਾਂ ਕਿ ਸਾਰੇ ਜਾਣਦੇ ਹੀ ਆ ਕਿ ਅੱਜ ਦਾ ਦਿਨ ਚੱਲ ਰਿਹਾ ਇਸ ਵਕਤ ਵੀ ਜਿਹੜੀਆਂ ਕਿਆਸ ਰਹੀਆਂ ਨੇ ਕਿ ਕੀ ਨਵਜੋਤ ਸਿੱਧੂ ਸਰੈਂਡਰ ਕਰਨਗੇ ਨਹੀਂ ਕਰਨਗੇ। ਉਹਨਾਂ ਨੇ ਐਪਲੀਕੇਸ਼ਨ ਲਾ ਦਿੱਤੀ ਹੈ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ, ਇਸ ਕਰਕੇ ਉਹਨਾਂ ਨੂੰ 1 ਹਫ਼ਤੇ ਦਾ ਸਮਾਂ ਦਿੱਤਾ ਜਾਵੇ। ਪਹਿਲਾਂ ਸਵੇਰੇ ਸੀ ਕਿ 9 ਵਜੇ ਉਹ ਸਰੈਂਡਰ ਕਰਨਗੇ ਪਟਿਆਲਾ ਦੀ ਕੋਰਟ ਦੇ ਵਿੱਚ, ਫਿਰ ਆਇਆ 10 ਵਜੇ ਆ ਗਿਆ, ਫਿਰ 11 ਆ ਗਿਆ, ਫਿਰ ਜਦੋਂ ਤੱਕ 12 ਵੱਜਣ ਵਾਲੇ ਹੋਏ ਤਾਂ ਉਦੋਂ ਤੱਕ ਖਬਰ ਆ ਗਈ ਕਿ ਉਹਨਾਂ ਨੇ ਸਿਹਤ ਦੇ ਆਧਾਰ ਦੇ ਉੱਤੇ 1 ਹਫ਼ਤੇ ਦਾ ਸਮਾਂ ਮੰਗਿਆ। ਹੁਣ ਉਹ 1 ਹਫ਼ਤੇ ਦੇ ਸਮੇਂ ਦੀ ਜਿਹੜੀ ਇਜਾਜ਼ਤ ਹੈ ਉਹ ਮਿਲਦੀ ਹੈ ਕਿ ਨਹੀਂ, ਇਹ ਤਾਂ ਜਿਹੜਾ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ, ਜਾਂ ਕੋਈ ਸੁਪਰੀਮ ਕੋਰਟ ਉਹਨਾਂ ਨੂੰ ਕੋਈ ਹੋਰ ਰਾਹਤ ਦਿੰਦੀ ਹੈ ਕਿ ਨਹੀਂ ਦਿੰਦੀ। ਇਹ ਹਾਲੇ ਸਮੇਂ ਦੇ ਗਰਭ ਦੇ ਵਿੱਚ ਸਵਾਲ ਇਹਦੇ ਵਿੱਚ ਪਏ ਹੋਏ ਆ। ਪਰ ਇਸ ਵਕਤ ਇਸ ਘਟਨਾ ਦੇ ਨਾਲ ਕਿਉਂਕਿ ਕਾਂਗਰਸ ਦੇ ਉੱਤੇ ਇੱਕ ਬਹੁਤ ਵੱਡਾ ਅਸੀਂ ਸਮਝਦੇ ਹਾਂ ਕਿ ਸੰਕਟ ਆਇਆ। 5 ਦਿਨ ਪਹਿਲਾਂ ਸੁਨੀਲ ਜਾਖੜ ਹੋਣਾ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤੀ ਤੇ ਕੱਲ੍ਹ ਉਹਨਾਂ ਨੇ BJP ਦਾ ਕਮਲ ਆਪਣੇ ਕੋਟ ਦੇ ਉੱਤੇ ਲਾ ਲਿਆ ਤੇ ਕੱਲ੍ਹ ਹੀ ਨਵਜੋਤ ਸਿੱਧੂ ਹੋਣਾ ਨੂੰ ਐਡਾ ਵੱਡਾ ਝਟਕਾ ਲੱਗਿਆ ਕਿਉਂਕਿ ਉਹ ਵੀ ਕਾਂਗਰਸ ਦੇ ਇੱਕ ਦਿੱਗਜ ਨੇਤਾ ਰਹੇ ਨੇ, ਭਾਵੇਂ ਕਿ ਇਹਨਾਂ ਦਿਨਾਂ ਵਿੱਚ ਉਹ ਕਿਸੇ ਪੋਸਟ ਦੇ ਉੱਤੇ ਨਹੀਂ ਹੈਗੇ। ਸਿੱਧੂ ਸਾਹਿਬ, ਇਸ ਸਾਰੇ ਵਰਤਾਰੇ ਨੂੰ ਤੁਸੀਂ ਭੱਟੀ ਸਾਹਿਬ ਕਿਵੇਂ ਵੇਖਦੇ ਹੋ? ਬੜਾ ਸਾਹਿਬ, ਦੇਖੋ ਇਹ ਹੈ ਕਿ ਆਪਾਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਕੇ CM ਬਣਾਉਣ ਦੀ ਐਕਸਰਸਾਈਜ਼ ਚੱਲ ਰਹੀ ਸੀ ਤਾਂ ਆਪਾਂ ਇੱਥੇ ਬੈਠਿਆਂ ਨਹੀਂ ਡਿਸਕਸ ਕੀਤਾ ਸੀ। ਉਹ ਵਿੱਚੋਂ ਜਾਖੜ ਰੰਧਾਵਾ ਤੋਂ ਬਾਅਦ ਚੰਨੀ ਨਿਕਲ ਆਇਆ ਸੀ ਤੇ ਉਦੋਂ ਹੀ ਮੈਂ ਇਹ ਕਿਹਾ ਸੀ ਕਿ ਕਾਂਗਰਸ ਨੇ ਸੁਸਾਈਡ ਕਮਿਟ ਕਰ ਲਈ ਹੈ ਪੰਜਾਬ ਦੇ ਵਿੱਚ। ਇਹ ਵੱਖਰੀ ਗੱਲ ਹੈ ਕਿ ਸੁਸਾਈਡ ਕਈ ਵਾਰ ਤਾਂ ਬੰਦਾ ਠਾ ਦੇ ਕੇ ਗੋਲੀ ਮਾਰ ਕੇ ਖਤਮ ਹੋ ਜਾਂਦਾ ਹੈ। ਇਹ ਸੁਸਾਈਡ ਥੋੜੀ ਪ੍ਰੋਲੋਂਗਡ ਹੈ, ਪ੍ਰੋਸੈਸ ਉਹੀ ਹੈ, ਸਲੋ ਪੋਇਜ਼ਨਿੰਗ ਵਾਲੀ ਗੱਲ ਹੈ। ਸਲੋ ਵੀ ਜਾਂ ਕਹਿ ਲਓ ਵੀ ਖਿਲਰ ਰਹੇ ਨੇ, ਖਲਾਰਾ ਪੈ ਰਿਹਾ ਬੜੀ ਬੁਰੀ ਤਰ੍ਹਾਂ ਔਰ ਹੋਰ ਆਉਣ ਵਾਲੇ ਦਿਨਾਂ 'ਚ ਪਊਗਾ। ਮਨਪ੍ਰੀਤ ਬਾਦਲ ਦੇ ਵੀ ਚਰਚੇ ਨੇ। ਸੋ ਇਹ ਉਹਨਾਂ ਨੇ ਇੱਕ ਵਾਰ ਜਦੋਂ ਪਟਾਰਾ ਖੋਲ੍ਹ ਲਿਆ, ਇਹ ਉਹਦੇ ਸਿੱਟੇ ਨੇ ਅਸਲ ਦੇ ਵਿੱਚ ਜਿਹੜੇ ਵੀ ਨਿਕਲ ਰਹੇ ਨੇ। ਤੇ ਆਪਾਂ ਇਹ ਗੱਲ ਉਦੋਂ ਵੀ ਕਰੀ ਸੀ ਕਿ ਸਿੱਧੂ ਸਾਹਿਬ ਦਾ ਸਿਆਸਤ ਦੇ ਵਿੱਚ ਕੋਈ ਫਿਊਚਰ ਨਹੀਂ ਹੈ। ਐਂਟਰਟੇਨਮੈਂਟ ਇੰਡਸਟਰੀ 'ਚੋਂ ਜੋ ਮਰਜ਼ੀ ਕਰ ਸਕਦੇ ਨੇ ਜਾ ਕੇ। ਸੋ ਇੱਕ ਇਹ ਹੁੰਦਾ ਹੈ ਕਿ ਓਵਰ ਐਕਸਪੋਜ਼ਰ ਹੋ ਜਾਂਦਾ ਹੈ। ਇਹਨਾਂ ਦਾ ਸਿਆਸਤ ਦੇ ਵਿੱਚ ਓਵਰ ਐਕਸਪੋਜ਼ਰ ਹੋ ਗਿਆ ਹੈ। ਮਤਲਬ ਨਵਾਂ ਦਾ ਅਪੀਲ ਹੁੰਦੀ ਹੈ ਹਰ ਚੀਜ਼ ਦੀ। ਜਿਹੜਾ ਮੀਡੀਆ ਪਰਸਨੈਲਿਟੀਜ਼ ਜਦੋਂ ਵੀ ਆਉਂਦੀਆਂ ਨੇ ਕੋਈ, ਈਵਨ ਆਪਣੇ CM ਵੀ ਉਹਦੇ ਵਿੱਚ ਨੇ,
ਕਿਉਂਕਿ ਉਹ ਸਟੇਜ ਸੋਹਣੀ ਮੈਨੇਜ ਕਰ ਲੈਂਦੇ ਨੇ, ਪ੍ਰੈਜੈਂਟੇਸ਼ਨ ਅੱਛੀ ਹੁੰਦੀ ਹੈ, ਪਬਲਿਕ ਨੂੰ ਦਾ ਮਨ ਪਰਚਾਵਾ ਕਰ ਸਕਦੇ ਨੇ, ਮਜਮਾ ਲਾ ਸਕਦੇ ਨੇ। ਇਹ ਆਪਣੇ ਆਪ ਦੇ ਵਿੱਚ ਸਿਆਸਤ ਨਹੀਂ ਹੈ, ਇਹ ਸਿਆਸਤ ਦਾ ਇੱਕ ਛੋਟਾ ਜਿਹਾ ਅੰਗ ਹੈ। ਸਿਆਸਤ ਇਹਦੇ ਨਾਲੋਂ ਕਿਤੇ ਜ਼ਿਆਦਾ ਕਰੂਅਲ, ਕਿਤੇ ਜ਼ਿਆਦਾ ਨਿਰਦਈ ਖੇਡ ਹੈ। ਉਹਦੇ ਵਿੱਚ ਇਹ ਮੇਰਾ ਖਿਆਲ ਹੈ ਵੀ ਇਹ ਉਲਝ ਗਏ ਨੇ। ਔਰ ਇਹਦਾ ਇੱਕ ਤੁਸੀਂ ਜੇ ਮੋਟੇ ਤੌਰ ਤੇ ਨਿਗਾਹ ਮਾਰੋਗੇ 34 ਸਾਲ ਪੁਰਾਣਾ ਕੇਸ ਹੈ। ਬਿਲਕੁਲ। ਇਹ ਸਾਡੇ ਲੀਗਲ ਸਿਸਟਮ ਤੇ ਵੀ ਕਮੈਂਟ ਹੈ। ਇਹ ਠੀਕ ਹੈ ਕਿ ਜੁਡੀਸ਼ਰੀ ਦੀਆਂ ਆਪਣੀਆਂ ਲਿਮਿਟੇਸ਼ਨਸ ਹੁੰਦੀਆਂ ਨੇ, ਪਰ ਲੀਗਲ ਸਿਸਟਮ ਹੈ ਜਿਹੜਾ, ਤੁਸੀਂ ਉਹਦੇ ਵਿੱਚ ਦੇਖੋ ਕਿ ਪਹਿਲਾਂ ਤਾਂ ਇਹ ਕੇਸ ਰਫਾ ਦਫਾਈ ਹੋ ਗਿਆ ਜੀ, ਫਿਰ ਇਹ ਦੁਬਾਰਾ ਚੱਕਿਆ ਗਿਆ ਸੀ। ਪਰ ਜਿਉਂ-ਜਿਉਂ ਇਹਦਾ ਇਸ ਕੇਸ ਦੀ ਤੁਸੀਂ ਹਿਸਟਰੀ ਪੜ੍ਹੋਗੇ, ਨਾਲ ਜੇ ਉਹਦੇ ਪੋਲੀਟੀਕਲ ਚੇਂਜਸ ਨੂੰ ਨਾਲ ਰੱਖ ਕੇ ਪੜ੍ਹੋਗੇ ਤਾਂ ਤੁਹਾਨੂੰ ਸਮਝ ਆ ਜਾਊਗੀ ਕਿ ਕਿਸ ਤਰੀਕੇ ਦੇ ਨਾਲ ਲੀਗਲ ਸਿਸਟਮ ਹੈ ਜਿਹੜਾ ਉਹ ਪਾਸ ਦੇ ਕੇ ਖੇਡ ਰਿਹਾ ਸਿਆਸੀ ਸਿਸਟਮ ਦੇ ਨਾਲ। ਹੁਣ ਕਿਉਂਕਿ ਇਹ ਸਿਆਸਤ ਦੇ ਰੋਂਗ ਸਾਈਡ ਤੇ ਹੋ ਗਏ ਨੇ। ਤਾਜ਼ਾ ਖਬਰ ਇਹ ਇਸ ਵਕਤ ਸਾਡੇ ਕੋਲੇ ਬਿਲਕੁਲ ਆ ਰਹੀ, ਉਹ ਆ ਕਿ ਨਵਜੋਤ ਸਿੱਧੂ ਹੁਣਾਂ ਦੇ ਵਕੀਲਾਂ ਨੇ ਜਸਟਿਸ ਖਨਵਿਲਕਰ ਤੋਂ ਜਿਹੜਾ ਉਹ ਸਮਾਂ ਮੰਗਿਆ ਕਿ ਉਹਨਾਂ ਨੂੰ 1 ਹਫ਼ਤੇ ਦਾ ਸਮਾਂ ਦਿੱਤਾ ਜਾਵੇ ਸਰੈਂਡਰ ਕਰਨ ਲਈ। ਪਰ ਜਸਟਿਸ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਜੇਕਰ ਤੁਸੀਂ 1 ਹਫ਼ਤੇ ਦਾ ਸਮਾਂ ਲੈਣਾ ਹੈ ਤੇ ਉਹ ਨਹੀਂ ਦੇ ਸਕਦੇ। ਇਹਦੇ ਲਈ ਉਹਨਾਂ ਨੂੰ ਚੀਫ ਜਸਟਿਸ ਆਫ ਇੰਡੀਆ ਕੋਲੇ ਹੀ ਰਿਕੁਐਸਟ ਕਰਨੀ ਪਏਗੀ। ਇਹ ਹੋਰ ਉਹਨਾਂ ਦੇ ਲਈ ਸੰਕਟ ਦੀ ਵੱਡੀ ਗੱਲ ਹੈ ਕਿ ਚੀਫ ਜਸਟਿਸ ਕੋਲੇ ਇੱਕਦਮ ਐਪਲੀਕੇਸ਼ਨ ਲਾ ਕੇ ਉਹਦੀ ਸੁਣਵਾਈ ਹੋਣੀ ਵੀ ਬੜੀ ਮੁਸ਼ਕਲ ਹੈ। ਦੇਖੋ, ਇਹ ਤਾਂ ਹੁਣ ਜਿਹੜੀਆਂ ਸ਼ਕਤੀਆਂ ਨੇ ਪਿੱਛੇ ਜਿਹੜੀਆਂ ਆਪਰੇਟ ਕਰ ਰਹੀਆਂ ਨੇ ਇਸ ਚੀਜ਼ ਨੂੰ, ਉਹਨਾਂ ਤੇ ਡਿਪੈਂਡ ਕਰਦਾ ਹੈ ਜੀ। ਮੈਡੀਕਲ ਗਰਾਊਂਡ ਦੇ ਉੱਪਰ ਜਾਂ ਕਿਸੇ ਚੀਜ਼ ਦੇ ਉੱਪਰ ਇਹ ਮੰਗ ਸਕਦੇ ਨੇ, ਪਰ ਮੇਰਾ ਖਿਆਲ ਹੈ ਵੀ ਇਹਨਾਂ ਦੇ ਲਈ ਸਪੇਸ ਘਟਦਾ ਜਾ ਰਿਹਾ, ਖਤਮ ਹੋ ਚੁੱਕਿਆ ਹੋਇਆ 1 ਸਾਲ ਦਾ। ਹਾਂ, ਮਤਲਬ ਐਵੇਂ ਇੱਕ ਡੁੱਬਣ ਤੋਂ ਆਖਰੀ ਸਾਹ ਲੈਣ ਵਾਲੀ ਗੱਲ ਹੈ। ਸੋ ਉਹਦੇ 'ਚ ਜੇ 2-4 ਦਿਨ ਮਿਲ ਵੀ ਜਾਣ ਦਵਾਈਆਂ ਇਕੱਠੀਆਂ ਕਰਨ ਲਈ, ਜਾਂ ਹੋਰ ਸਿਆਸਤਦਾਨ ਨੇ ਜਿਹੜੇ ਸਿਆਸਤਦਾਨ ਕੀ ਕੋਈ ਵੀ ਜਿਹੜੇ ਵੱਡੇ ਮਤਲਬ ਲੋਕ ਨੇ, ਉਹ ਕਨਵੀਨੀਐਂਟਲੀ ਬਿਮਾਰ ਹੋ ਜਾਂਦੇ ਨੇ, ਮਤਲਬ ਉੱਦਾਂ ਦੇ ਸਰਟੀਫਿਕੇਟ ਸਾਰਾ ਕੁਝ ਮਿਲ ਜਾਂਦਾ। ਤੇ ਤੁਸੀਂ ਦੇਖੋ ਨਾ 120 ਕਰੋੜ ਸਾਡੀ ਪਬਲਿਕ ਹੈ। ਕੀ ਅਸੀਂ 120 ਕਰੋੜ ਸਿਟੀਜ਼ਨਸ ਨੂੰ ਇਹ ਰਾਈਟ ਦੇ ਸਕਦੇ ਹਾਂ ਇੱਦਾਂ ਦੇ? ਔਰ ਕੀ ਉਹ ਜਾ ਵੀ ਸਕਦੇ ਆ? ਨੇ? ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਸਾਡੇ ਜਸਟਿਸ ਸਿਸਟਮ ਦੇ ਉੱਤੇ ਵੀ ਸਵਾਲ ਉੱਠਦੇ ਆ ਕਿ 34 ਸਾਲ 1988 ਦਸੰਬਰ ਦਾ ਕੇਸ ਹੈ ਪਟਿਆਲੇ ਦੇ ਸ਼ੇਰਾਂ ਵਾਲੇ ਗੇਟ ਦਾ। ਉਹ ਪਹਿਲਾਂ ਲੋਕਲ ਕੋਰਟ ਵਿੱਚ ਚੱਲਿਆ, ਲੋਕਲ ਕੋਰਟ ਨੇ ਰੱਦ ਕਰਤਾ, ਡਿਸਮਿਸ ਕਰਤਾ ਉਹ ਕੇਸ। ਹਾਈ ਕੋਰਟ ਨੇ ਜਿਹੜੀ ਉਹ 'ਚ ਸਜ਼ਾ ਸੁਣਾ ਦਿੱਤੀ। ਫਿਰ ਸੁਪਰੀਮ ਕੋਰਟ 'ਚ ਕੇਸ ਗਿਆ, 2018 ਵਿੱਚ ਸੁਪਰੀਮ ਕੋਰਟ ਨੇ 3 ਸਾਲ ਦੀ ਸਜ਼ਾ ਸੁਣਾਈ। ਫਿਰ ਉਸ ਤੇ ਅਪੀਲ ਹੋਈ, ਹੁਣ ਸੁਪਰੀਮ ਕੋਰਟ ਨੇ 1 ਸਾਲ ਦੀ ਸਜ਼ਾ ਸੁਣਾ ਦਿੱਤੀ। ਗੱਲ ਇਹ ਆ ਕਿ ਨਵਜੋਤ ਸਿੱਧੂ ਜਿਨ੍ਹਾਂ ਦੀ ਸਾਲਾਨਾ ਆਮਦਨ ਕਰੋੜਾਂ 'ਚ ਹੈ ਔਰ ਉਹਨਾਂ ਕੋਲੇ ਬੜਾ ਵੱਡਾ ਇਨਫਰਾਸਟ੍ਰਕਚਰ ਹੈ, ਉਹ 34 ਸਾਲ ਆਪਣੇ ਕੇਸ ਲਈ ਲੜਨ ਦੇ ਲਈ ਲੜਦੇ ਰਹੇ, ਵਕੀਲਾਂ ਨੂੰ ਪੈਸੇ ਦਿੰਦੇ ਰਹੇ। ਦੂਸਰੇ ਪਾਸੇ ਜਿਹੜੀ ਦੂਸਰੀ ਪਾਰਟੀ ਹੈ ਸਵਰਗੀ ਸਰਦਾਰ ਗੁਰਨਾਮ ਸਿੰਘ ਉਹਨਾਂ ਦੀ, ਉਹ ਵੀ ਇੱਕ ਸਹਿੰਦੀ ਪਾਰਟੀ ਹੈ। ਉਹ ਵੀ ਆਪਣੀ ਕਹਿ ਸਕਦੇ ਹਾਂ ਕਿ ਇੱਜ਼ਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ, ਘਰੋਂ ਵੀ ਠੀਕ ਠਾਕ ਹੈਗੇ ਥੋੜੇ ਬਹੁਤ, ਆਪਣੇ ਸਮਾਜ ਨੂੰ, ਆਪਣੇ ਸਮਾਜਿਕ ਰੁਤਬੇ ਨੂੰ ਵੇਖਦਿਆਂ ਉਹ ਵੀ ਲੜੇ। ਪਰ ਕੀ ਇੱਕ ਰੇਹੜੀ ਵਾਲਾ, ਇੱਕ ਫੜੀ ਵਾਲਾ, ਇੱਕ ਮਜ਼ਦੂਰ 34 ਸਾਲ ਕੇਸ ਲੜ ਸਕਦਾ? ਮੈਂ ਨੈਟ ਤੇ ਸਰਫ ਕਰ ਰਿਹਾ ਸੀ, ਸਾਡੇ ਹਿੰਦੁਸਤਾਨ ਦੀਆਂ ਅਦਾਲਤਾਂ ਦੇ ਵਿੱਚ ਜਿਹੜਾ ਸਭ ਤੋਂ ਪੁਰਾਣਾ ਕੇਸ ਹੈ, ਜਿਹੜਾ ਬ੍ਰਿਟਿਸ਼ ਗਵਰਨਮੈਂਟ ਵੇਲੇ ਤੋਂ ਪਾਸ ਹੋ ਕੇ ਅੱਗੇ ਆਇਆ, ਉਹ 1800 ਹੈ, ਸਨ 1800 ਦਾ। ਔਰ ਉਹਦੇ ਉੱਤੇ ਆਖਰੀ ਸੁਣਵਾਈ 20 ਨਵੰਬਰ 2018 ਵਿੱਚ ਹੋਈ ਹੈ। ਉਹ ਕਿਸੇ ਕੰਧ ਦਾ ਰੌਲਾ ਹੈ, ਬੜਾ ਪੁਰਾਣਾ, 2 ਸੰਸਥਾਵਾਂ ਦਾ, ਕਲਕੱਤਾ ਦਾ। ਗੱਲ ਇਹ ਆ ਕਿ ਕੀ ਇਹ ਆਮ ਬੰਦੇ ਲਈ ਸੰਭਵ ਹੈ? ਹਾਲਾਂਕਿ ਸਰਕਾਰ ਨੇ ਇੱਕ ਸਕੀਮ ਸ਼ੁਰੂ ਕੀਤੀ ਹੋਈ ਹੈ ਕਿ ਗਰੀਬ ਆਦਮੀ ਨੂੰ ਮੁਫਤ ਕਾਨੂੰਨੀ ਸਹੂਲਤ ਦੇਣੀ ਹੈ, ਪਰ ਉਹ ਗੱਲਾਂ ਹੋਰ ਨੇ। ਖੈਰ, ਹੁਣ ਕੀ ਵਕੀਲ ਚੀਫ ਜਸਟਿਸ ਆਫ ਇੰਡੀਆ ਦੇ ਸਾਹਮਣੇ ਰੱਖ ਸਕਦੇ ਨੇ ਇਹ ਮਸਲਾ? ਕਿਉਂਕਿ ਦੁਪਹਿਰ ਦਾ ਟਾਈਮ ਹੋ ਗਿਆ ਹੋਇਆ, ਐਪਲੀਕੇਸ਼ਨ ਬਣੇਗੀ, ਫਿਰ ਜਾਏਗੀ, ਫਿਰ ਟਾਈਮ ਵੀ ਮਿਲੇਗਾ। ਔਰ ਕੀ ਚੀਫ ਜਸਟਿਸ ਉਹਨਾਂ ਨੂੰ ਅੱਜ ਦਾ ਸਮਾਂ ਦਿੰਦੇ ਆ ਕਿ ਨਹੀਂ? ਤੇ ਜੇ ਅੱਜ ਦਾ ਸਮਾਂ ਨਹੀਂ ਦਿੰਦੇ ਤਾਂ ਨਵਜੋਤ ਸਿੱਧੂ ਨੂੰ ਅੱਜ ਸਰੈਂਡਰ ਕਰਨਾ ਪੈਣਾ, ਕਿਉਂਕਿ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਆਰਡਰ ਆ ਚੁੱਕੇ ਹੋਏ ਆ ਲੋਕਲ ਅਦਾਲਤ ਦੇ ਵਿੱਚ ਸਰੈਂਡਰ ਕਰਨ ਵਾਸਤੇ। ਦੇਖੋ, ਮੇਰਾ ਖਿਆਲ ਇਹ ਹੈ ਵੀ ਇਹਨਾਂ ਨੂੰ ਕਰਨਾ ਹੀ ਪਊਗਾ, ਕਿਉਂਕਿ ਜਿਸ ਤਰ੍ਹਾਂ ਦੀ ਜੇ ਤੁਸੀਂ ਜਿਹੜਾ এনवायरमेंट ਦੇਖੋ ਨਾ, ਸਿਆਸੀ এনवायरमेंट ਜਿਹੜਾ ਹੈ, ਉਹਦੇ ਵਿੱਚ ਮੇਰਾ ਖਿਆਲ ਹੈ ਰਿਲੀਫ ਮਿਲਣ ਦੇ ਚਾਂਸ ਘੱਟ ਨੇ। ਕੁਝ ਦਿਨ ਪਹਿਲਾਂ ਹੀ ਇੱਕ ਕੇਸ ਹੋਇਆ ਸੀਗਾ ਦਿੱਲੀ ਤੋਂ, ਇੱਕੋ ਕੀ ਨਾਮ ਉਹਦਾ, ਤਜਿੰਦਰ ਬੱਗਾ, ਉਹਨੂੰ ਚੱਕ ਲਿਆ ਸੀ ਜੀ। ਉਹ
ਕਿਉਂਕਿ ਉਹ ਰਾਈਟ ਸਾਈਡ ਦੇ ਉੱਪਰ ਸੀਗਾ ਐਸਟੈਬਲਿਸ਼ਮੈਂਟ ਦੇ, ਇਸ ਕਰਕੇ ਉਹਨੂੰ ਰਾਤਾਂ ਨੂੰ ਵੀ ਕੋਰਟਾਂ ਲੱਗੀਆਂ ਲੱਗ ਜਾਂਦੀਆਂ ਨੇ, ਦੁਪਹਿਰਾਂ ਤੋਂ ਪੂਰਾ ਤਾਂ ਚੀਜ਼ ਹੀ ਕੋਈ ਨਹੀਂ ਹੁੰਦੀ ਉਹਦੇ ਵਿੱਚ। ਜੀ ਠੀਕ ਹੈ ਨਾ। ਸੋ ਇਹ ਆਪਾਂ ਕੋਈ ਜੁਡੀਸ਼ਰੀ ਬਾਰੇ ਨਹੀਂ ਕਹਿ ਰਹੇ, ਸਾਡੇ ਲੀਗਲ ਸਿਸਟਮ ਦੇ ਵਿੱਚ ਲੂਪ ਹੋਲਸ ਇੰਨੇ ਸਾਰੇ ਥੱਲੇ ਹੇਠਲੇ ਲੈਵਲ ਤੇ ਬਹੁਤ ਕੁਝ ਜਿਹੜਾ ਉਹ ਮੈਨੇਜ ਕਰ ਲਿਆ ਜਾਂਦਾ। ਹਾਂ, ਲੂਪ ਹੋਲਸ ਹੀ ਇੰਨੇ ਨੇ ਕਿ ਉਹਦੇ 'ਚ ਤੁਸੀਂ ਮਤਲਬ ਇਨਵੈਸਟੀਗੇਸ਼ਨ ਕਿਹਨੇ ਕਰਨੀ ਹੈ, ਕਿੱਦਾਂ ਕਰਨੀ ਹੈ, ਬੜਾ ਕੁਝ ਹੈ ਉਹਦੇ ਵਿੱਚ। ਭੱਟੀ ਸਾਹਿਬ, ਪਿਛਲੇ ਸਮੇਂ ਦੇ ਦੌਰਾਨ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਨਵਜੋਤ ਸਿੱਧੂ ਦੀ ਐਂਟਰੀ ਸੀ ਜਿਹੜੀ ਪੋਲਿਟਿਕਸ ਦੇ ਵਿੱਚ, ਬੀਜੇਪੀ ਨੇ ਉਹਨੂੰ ਪੰਜਾਬ ਨਹੀਂ ਦਿੱਤਾ, ਉਹਨੂੰ ਸੈਂਟਰਲ ਲੀਡਰਸ਼ਿਪ ਦੇ ਵਿੱਚ ਲੈ ਗਏ। ਪਹਿਲਾਂ ਐਮਪੀ ਬਣਾਇਆ, ਫਿਰ ਰਾਜ ਸਭਾ ਦਾ ਮੈਂਬਰ ਬਣਾਇਆ ਜਦੋਂ ਕਿ ਉਹ ਨਹੀਂ ਗਏ। ਲੇਕਿਨ ਸਿੱਧੂ ਉਹਨਾਂ ਦਾ ਸੁਪਨਾ ਹੈ, ਹੁਣ ਵੀ ਹੋਏਗਾ, ਕਿ ਮੈਂ ਪੰਜਾਬ ਦੇ ਟੌਪ ਤੇ ਪਹੁੰਚਣਾ। ਭਾਵ ਕਿ ਉਹਨਾਂ ਨੇ ਮੁੱਖ ਮੰਤਰੀ ਬਣਨ ਦਾ ਸੁਪਨਾ ਲਿਆ। ਇਨਡਾਇਰੈਕਟਲੀ ਉਹਨਾਂ ਨੇ ਭਾਵੇਂ ਬਹੁਤ ਵਾਰੀ ਕਿਹਾ, ਭਾਵੇਂ ਸਿੱਧੇ ਤੌਰ ਤੇ ਨਹੀਂ ਕਿਹਾ, ਪਰ ਉਹਨਾਂ ਦਾ ਸੁਪਨਾ ਇਹ ਹੈ ਕਿ ਮੈਂ ਇੱਕ ਵਾਰੀ ਪੰਜਾਬ ਨੂੰ ਰੂਲ ਕਰਨਾ ਚਾਹੁੰਦਾ। ਉਹ ਆਪਣਾ ਇੱਕ ਮਾਡਲ ਦੀ ਗੱਲ ਕਰਦੇ ਆ ਕਿ ਮੈਂ ਆਹ ਮਾਡਲ ਦੇਵਾਂਗਾ। ਪਰ ਗੱਲ ਇਹ ਆ ਕਿ ਕੀ ਇਹ ਪਿਛਲਾ ਜਿਹੜਾ ਉਹਨਾਂ ਦਾ ਇਤਿਹਾਸ ਰਿਹਾ, ਪਹਿਲਾਂ ਬੀਜੇਪੀ ਦੇ ਵਿੱਚ, ਫਿਰ ਕਾਂਗਰਸ ਵਿੱਚ ਆ ਕੇ ਬੀਜੇਪੀ ਨੂੰ ਗਾਲਾਂ, ਬੀਜੇਪੀ ਵਿੱਚ ਰਹਿ ਕੇ ਕਾਂਗਰਸ ਨੂੰ ਗਾਲਾਂ, ਲੀਡਰਾਂ ਨੂੰ ਗਾਲਾਂ, ਉਹ ਗਾਲਾਂ ਹੀ ਕਹਿ ਸਕਦੇ ਆ ਜਿਹੜੇ ਹਿਸਾਬ ਨਾਲ ਉਹ ਵਰਤਦੇ, ਸ਼ਬਦ ਵਰਤਦੇ ਆ। ਫਿਰ ਪੱਤਰਕਾਰਾਂ ਦੇ ਨਾਲ ਤੂੰ ਮੈਂ ਤੜਕ ਕਰਨੀ, ਤੂੰ ਕਰਕੇ ਬੋਲਣਾ। ਉਹਨਾਂ ਨੇ ਆਪਣੇ ਖੇਮੇ ਦੇ ਵਿੱਚ ਰਹਿ ਕੇ, ਭਾਵ ਕਿ ਚਾਹੇ ਉਹ ਰਹੇ ਨੇ ਕਾਂਗਰਸ ਦੇ ਵਿੱਚ, ਉਹਨਾਂ ਨੇ ਦੁਸ਼ਮਣ ਜ਼ਿਆਦਾ ਬਣਾਏ, ਦੋਸਤ ਉਹਨਾਂ ਦੇ ਘੱਟ ਬਣੇ। ਤੁਸੀਂ ਵੇਖੋ ਵੀ ਹੁਣ ਵੀ ਸਾਰੇ ਸਾਥੀ ਛੱਡ ਗਏ ਹੋਏ ਆ, ਮੂੰਹ ਵਿਖਾਉਣ ਹੀ ਆ ਰਹੇ ਨੇ ਉੱਥੇ ਸਾਰੇ। ਐਕਚੁਅਲੀ ਪਤਾ ਕੀ ਹੈ ਰਾਜ ਸਾਹਿਬ, ਅਸੀਂ ਕਈ ਵਾਰ ਨਾ ਕਨਫਿਊਜ਼ ਕਰ ਲੈਂਦੇ ਹਾਂ ਕਈ ਚੀਜ਼ਾਂ ਨੂੰ। ਪਪੂਲੈਰਿਟੀ ਨੂੰ ਫਾਰ ਇੰਸਟੈਂਸ, ਹਾਂ ਵੀ ਬਹੁਤ ਪਪੂਲਰ ਹੈ ਬੰਦਾ, ਸਪੋਰਟਸ ਦੇ ਵਿੱਚ ਕੰਪੀਟੈਂਸ ਨੂੰ ਫਾਰ ਇੰਸਟੈਂਸ, ਜਾਂ ਮਿਲਟਰੀ 'ਚ ਬਹੁਤ ਸਾਰੇ ਜਰਨੈਲ ਆ ਕੇ ਆਪਾਂ ਦੇਖਿਆ ਸਿਆਸਤ ਦੇ ਵਿੱਚ ਜਿਹੜੇ 5 ਸਟਾਰ ਸੀ ਉਹ 0 ਹੋ ਕੇ ਗਏ। ਜਿਹੜੀ ਸਿਆਸਤ ਹੈ ਜਾਂ ਪਬਲਿਕ ਲਾਈਫ ਹੈ, ਇਹਦੀਆਂ ਆਪਣੇ ਇੱਕ ਇਹਦੀ ਗ੍ਰਾਮਰ ਹੈ। ਤੁਸੀਂ ਲੱਖ ਮਾੜੇ ਹੋਵੋ ਚੰਗੇ ਹੋਵੋ, ਤੁਹਾਡਾ ਇੱਕ ਤਾਂ ਟੈਂਪਰਾਮੈਂਟ ਬੜਾ ਇੰਪੋਰਟੈਂਟ ਹੈ ਇਹਦੇ 'ਚ, ਤੁਹਾਡੀ ਜ਼ੁਬਾਨ ਬੜੀ ਇੰਪੋਰਟੈਂਟ ਹੈ। ਅੱਛਾ, ਐਂਟਰਟੇਨਮੈਂਟ ਇੰਡਸਟਰੀ ਦੀਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਕਈ ਐਸੈਟ ਨੇ, ਉਹ ਇੱਥੇ ਆ ਕੇ ਅਸਲ ਦੇ ਵਿੱਚ ਬੜੇ ਵੱਡੇ ਦੁਸ਼ਮਣ ਬਣ ਜਾਂਦੀਆਂ ਨੇ ਉਹ ਚੀਜ਼ਾਂ। ਹਾਂ, ਸਿਆਸਤ ਦੇ ਵਿੱਚ ਸਿੱਧੂ ਸਾਹਿਬ ਦਾ ਜਿਹੜਾ ਸੁਭਾਅ ਹੈ, ਡਿਸਿਪਲਿਨ ਨਹੀਂ ਹੈ, ਆਪਣੇ ਆਪ ਤੇ ਡਿਸਪਲਿਨ ਨਹੀਂ ਹੈ। ਸਭ ਤੋਂ ਵੱਡਾ ਦੁਸ਼ਮਣ ਉਹਨਾਂ ਦਾ ਆਪਣਾ ਟੈਂਪਰਾਮੈਂਟ ਹੈ। ਫਿਰ ਇਹ ਹੈ ਕਿ ਜਿਹੜੀਆਂ ਗੱਲਾਂ ਨੇ ਨਾ ਮੀਡੀਆ ਦੇ ਵਿੱਚ ਕਰਨੀਆਂ ਵੀ ਪੰਜਾਬ ਦਾ ਮਾਡਲ ਹੈ, ਇਸ ਤਰ੍ਹਾਂ ਹੈ, ਦੇਖੋ ਇਹ ਗੱਲਾਂ ਜਿਹੜੇ ਸਲਾਹਕਾਰ ਹੁੰਦੇ ਨੇ ਨਾ, ਇਮੇਜ ਬਿਲਡਿੰਗ ਵਾਲੇ ਜਾਂ ਇਮੇਜ ਮੇਕਰ ਵਾਲੇ, ਇਮੇਜ ਮੈਨੇਜਮੈਂਟ ਵਾਲੇ, ਉਹ ਦੱਸ ਦਿੰਦੇ ਨੇ। ਮੈਨੂੰ ਤਾਂ ਉਹ ਸਮਝ ਨਹੀਂ ਆਇਆ ਅਜੇ ਤੱਕ ਮਾਡਲ ਕੀ ਹੈ ਉਹ। ਕਦੇ ਸਪਸ਼ਟ ਮੈਂ ਪੜ੍ਹਨ ਦੀ ਕੋਸ਼ਿਸ਼ ਕਰੀ ਵੀ ਕੀ ਮਾਡਲ ਹੈ ਯਾਰ ਜਿਹੜਾ ਪੰਜਾਬ ਦਾ ਮਾਡਲ ਕਹਿੰਦੇ ਨੇ। ਫਿਰ ਉਹ ਬਾਬੇ ਨਾਨਕ ਦਾ ਮਾਡਲ ਹੈ, ਫਿਰ ਉਹ ਵੈਸ਼ਨੂ ਦੇਵੀ ਦੇ ਜਾ ਕੇ ਬੈਠੇ ਰਹਿੰਦੇ ਨੇ। ਮਤਲਬ ਤੁਸੀਂ ਕੋਈ ਕੰਸਿਸਟੈਂਸੀ ਹੁੰਦੀ ਹੈ ਕਿਸੇ ਚੀਜ਼ 'ਚ, ਇੱਕ ਇਮੇਜ, ਹਾਂ ਪਬਲਿਕ ਇਮੇਜ ਇੱਕ ਤੁਹਾਡਾ ਜਿਹੜਾ ਬਣਨਾ ਚਾਹੀਦਾ। ਨਹੀਂ, ਤੁਸੀਂ ਕੋਈ ਕੰਮ ਕਰ ਰਹੇ ਹੋ, ਤੁਸੀਂ ਜਰਨਲਿਸਟ ਹੋ, ਮੈਂ ਚਲੋ ਪ੍ਰੋਫੈਸਰ ਟੀਚਰ ਹਾਂ, ਮੈਂ ਤੁਹਾਡਾ ਇੱਕ ਆਪਣਾ ਕੰਟੀਨਿਊਟੀ ਹੁੰਦੀ ਹੈ ਤੁਹਾਡੀ ਪਰਸਨੈਲਿਟੀ ਦੀ। ਇੱਕ ਤੁਸੀਂ ਦੇਖਿਆ ਹੋਣਾ ਭੱਟੀ ਸਾਹਿਬ ਕਿ ਜਦੋਂ ਨਵਜੋਤ ਸਿੱਧੂ ਹੋਣੀ ਭਾਸ਼ਣ ਦਿੰਦੇ ਸੀਗੇ ਇਲੈਕਸ਼ਨ ਰੈਲੀਜ਼ ਦੇ ਦੌਰਾਨ, ਤੇ ਉਹਨਾਂ ਦੇ ਕੋਲੋਂ ਨਾ ਇੱਕ ਸ਼ਬਦ ਵਾਰ-ਵਾਰ ਸੁਣਨ ਨੂੰ ਮਿਲਦਾ ਸੀਗਾ, ਮੈਂ ਨਵਜੋਤ ਸਿੰਘ ਸਿੱਧੂ ਪੁੱਤਰ ਭਗਵੰਤ ਸਿੰਘ ਸਿੱਧੂ। ਸਟੇਜ ਤੇ ਖਲੋ ਕੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਹੈਗਾ ਵੀ ਉਹ ਭਗਵੰਤ ਸਿੰਘ ਸਿੱਧੂ ਦੇ ਪੁੱਤਰ ਹੈ। ਨਹੀਂ ਨਾ, ਉਹ ਡਾਇਲੌਗ ਬੋਲਣ ਦੀ ਉਹ ਹੈ ਆਈ ਹੋਈ ਹੈ ਪਰੰਪਰਾ, ਉਧਰੋਂ ਆਈ ਹੋਈ ਹੈ। ਤਕੀਆ ਕਲਾਮ ਬਣਾ ਲਿਆ, ਠੋਕੋ ਤਾਲੀ। ਅੱਜ ਉਹਨਾਂ ਦੀ ਠੋਕੋ ਤਾਲੀ ਦੇ ਉੱਤੇ ਨਾਰੇ ਨੇ ਜਿਹੜੇ, ਹਾਂ ਬੜੇ ਟਵੀਟ ਹੋ ਰਹੇ ਨੇ। ਅੱਛਾ, ਬੜੇ ਟਵੀਟ ਹੋ ਰਹੇ ਨੇ ਠੋਕੋ ਤਾਲੀ। ਲੋਕੀ ਤੇ ਇਹ ਕਹਿ ਰਹੇ ਨੇ ਕਿ ਉੱਥੇ ਵਿਕਰਮ ਮਜੀਠੀਆ ਵੀ ਪਟਿਆਲਾ ਜੇਲ੍ਹ 'ਚ ਨੇ ਤੇ ਨਵਜੋਤ ਸਿੱਧੂ ਵੀ ਉੱਥੇ ਹੋਣਗੇ, ਹੁਣ ਆਮੋ ਸਾਹਮਣੇ ਹੋਇਆ ਕਰਨਗੇ, ਤਾਲੀਆਂ ਠੋਕੀ ਜਾਣ। ਹਾਂ, ਉਹ ਆ ਰਹੇ ਨੇ ਬਣ ਕੇ, ਟਵੀਟਸ ਆ ਰਹੇ ਨੇ, ਕੋਈ ਲੋਕੀ ਉਹ ਬਣਾ ਕੇ ਭੇਜ ਰਹੇ ਨੇ ਕਿ ਵਿਕਰਮ ਮਜੀਠੀਆ ਹਣੀ ਕਹਿੰਦੇ ਕਿ ਆ ਜਾ ਤੌਲੀਆ ਮੈਂ ਦੇਵਾਂਗਾ, ਸਾਬਣ ਵੀ ਮੈਂ ਦਊਂਗਾ। ਸੋ ਇਸ ਤਰ੍ਹਾਂ ਦੇ ਚੁਟਕਲੇ ਚੱਲ ਪੈਂਦੇ ਆ। ਹੈ ਤਾਂ ਅਨਫੋਰਚੂਨੇਟ ਗੱਲ। ਦੇਖੋ ਸਾਡੇ ਗੁਆਂਢ ਦੇ ਵਿੱਚ ਇਮਰਾਨ ਖਾਨ ਹੋਣੀ ਵੀ ਜਿਹੜੇ ਆ ਉਹ ਗੱਦੀਆਂ ਲਾ ਦਿੱਤੇ, ਉਹ ਵੀ ਨਹੀਂ ਚੱਲ ਸਕੇ 5 ਸਾਲ, ਭਾਵੇਂ ਕਿ ਉਹ ਵੀ ਇਸ ਤਰ੍ਹਾਂ ਹੀ ਆਏ ਸੀ। ਸੀਗੇ, ਉਹ ਪੋਲੀਟੀਸ਼ੀਅਨ ਨਹੀਂ ਸੀਗੇ। ਉਹਨਾਂ ਨੂੰ ਜਿਹੜੀਆਂ ਸ਼ਕਤੀਆਂ ਨੇ ਪਿੱਛੇ, ਉਹਨਾਂ ਨੇ ਚੱਕ ਕੇ ਲਿਆਂਦਾ ਸੀ, ਜਿਨ੍ਹਾਂ ਨੂੰ ਇੱਕ ਵੱਡਾ ਚਿਹਰਾ ਚਾਹੀਦਾ ਸੀ, ਵੱਡੀ ਪਰਸਨੈਲਿਟੀ ਚਾਹੀਦੀ ਸੀ। ਅਰੇ ਲੋਕ ਜ਼ਿਆਦਾ ਯੂਜ਼ੇਬਲ ਹੁੰਦੇ ਨੇ, ਔਰ ਉਹ ਵੀ ਬਿਲਕੁਲ ਖਤਮ ਹੋ ਗਏ। ਖਤਮ ਹੋਣਾ ਹੀ ਸੀ। ਉਹਨੇ ਤਾਂ ਬਿਆਨ ਹੀ ਦੇ ਦਿੱਤਾ ਵੀ ਪਾਕਿਸਤਾਨ ਤੇ ਐਟਮ ਬੰਬ ਹੀ ਸਿੱਟ ਦਿੰਦੇ, ਇਹਦੇ ਨਾਲੋਂ ਮੈਨੂੰ ਲਾਉਣ ਨਾਲੋਂ। ਮਤਲਬ ਜਿਹੜਾ ਬੰਦਾ ਇਸ ਤਰ੍ਹਾਂ ਕਹਿ ਸਕਦਾ ਹੈ, ਮਤਲਬ ਤੁਸੀਂ ਕੀ, ਹੁਣ ਤਰਸ ਕਰਨ ਵਾਲੀ ਗੱਲ ਹੈ। ਗੱਲ ਇਹ ਆ ਕਿ ਅੱਜ ਦੀ ਇਹ ਖਬਰ ਜਿਹੜੀ ਸਾਰੇ ਦਿਨ ਦੀ ਚਰਚਾ ਰਹਿਣੀ ਹੈ, ਕਿਉਂਕਿ ਇਹ ਸਿਰਫ ਨਵਜੋਤ ਸਿੱਧੂ ਹੋਣਾ ਦੇ ਕੱਲਿਆਂ ਦਾ ਕੈਰੀਅਰ ਨਹੀਂ ਹੈਗਾ,
ਇਹਦੇ ਨਾਲ ਕਾਂਗਰਸ ਪਾਰਟੀ, ਪੰਜਾਬ ਕਾਂਗਰਸ ਦਾ ਭਵਿੱਖ ਵੀ ਜੁੜਿਆ ਹੋਇਆ ਤੇ ਕਾਂਗਰਸ ਨੈਸ਼ਨਲ ਲੈਵਲ ਦਾ ਵੀ ਜੁੜਿਆ ਹੋਇਆ, ਕਿਉਂਕਿ ਥੋੜ੍ਹੇ ਦਿਨ ਪਹਿਲਾਂ ਤੇ ਹਾਲੇ ਉਦੈਪੁਰ ਦੇ ਵਿੱਚ ਜੋਧਪੁਰ ਦੇ ਵਿੱਚ ਚਿੰਤਨ ਸ਼ਿਵਰ ਕਰਕੇ ਆਏ ਆ, ਤੇ ਚਿੰਤਨ ਸ਼ਿਵਰ ਤੋਂ ਬਾਅਦ ਹੀ ਜਿਹੜੀਆਂ ਨੇ ਚਿੰਤਾ ਵੱਧ ਗਈ, ਉਹ ਕਿਵੇਂ ਚੰਗਿਆੜੀਆਂ ਮੈਂ ਕਹਿੰਦਾ ਉੱਠੀਆਂ ਨੇ। ਪਹਿਲਾਂ ਜਾਖੜ ਸਾਹਿਬ ਹੋਣਾ ਨੇ ਵੱਟ ਕੱਢ ਦਿੱਤੇ, ਹਾਂਜੀ, ਉਹਨਾਂ ਨੇ ਖਰੀਆਂ ਸੁਣਾਈਆਂ। ਕਾਂਗਰਸ ਤਾਂ ਸੈਲਫ ਡਿਸਟਰਕਟਿਵ ਮੋਡ 'ਚ ਹੈ, ਪੰਜਾਬ 'ਚ ਤਾਂ ਕਰ ਲਿਆ ਉਹਨਾਂ ਨੇ ਆਪਣੇ ਆਪ ਨੂੰ, ਅੱਗੇ ਰਾਜਸਥਾਨ ਵਗੈਰਾ ਹੋਰ। ਮਤਲਬ ਕਾਂਗਰਸ ਦੇ ਅੰਦਰ ਬੇਸਿਕਲੀ ਇਹ ਹੈ ਕਿ ਜਿਵੇਂ ਬਜ਼ੁਰਗ ਹੋ ਜਾਂਦੇ ਨੇ, ਕੋਈ ਬੰਦਾ ਭਲਵਾਨ ਕਿੱਡਾ ਹੀ ਹੋਵੇ ਉਹ ਫਿਰ ਗਿਰਨ ਲੱਗ ਜਾਂਦਾ ਛੋਟੀ ਛੋਟੀ ਗੱਲ ਦੇ ਉੱਪਰ ਹੀ, ਮਤਲਬ ਨਾ ਉਹ ਗਿਰ ਰਹੀ ਹੈ ਇਸ ਦੇ। ਹੁਣ ਤਾਜ਼ਾ ਜਾਣਕਾਰੀ ਇਹ ਆਈ ਹੈ ਕਿ ਜਿਹੜਾ ਉਹਨਾਂ ਨੇ 1 ਹਫ਼ਤੇ ਦਾ ਸਮਾਂ ਮੰਗਿਆ ਕਿ ਸਾਨੂੰ 1 ਹਫ਼ਤਾ ਦੇ ਦਿੱਤਾ ਜਾਵੇ, ਜਿਹਦੀ ਬਹੁਤ ਘੱਟ ਉਮੀਦ ਹੈ, ਕਿਉਂਕਿ ਜਿਹੜਾ ਬੈਂਚ ਫੈਸਲਾ ਕਰਦਾ ਹੈ ਨਾ, ਉਹ ਕਿਊਰੇਟਿਵ ਅਪੀਲ ਦੇ ਉੱਤੇ ਤੇ ਗੱਲ ਕਰ ਸਕਦਾ ਹੈ, ਲੇਕਿਨ ਜੇਕਰ ਤੁਸੀਂ ਸਮਾਂ ਮੰਗ ਰਹੇ ਹੋ ਇਸ ਤਰ੍ਹਾਂ ਦਾ, ਤਾਂ ਉਹ ਫਿਰ ਤੁਹਾਨੂੰ ਉੱਪਰ ਅਦਾਲਤ ਕੋਲੇ ਸੁਪਰੀਮ ਚੀਫ ਜਸਟਿਸ ਕੋਲੇ ਜਾਣਾ ਪੈਂਦਾ। ਚੀਫ ਜਸਟਿਸ ਕਿਸੇ ਬੈਂਚ ਨੂੰ ਸੌਂਪਦਾ ਹੈ, ਉਹ ਸਿੰਗਲ ਜੱਜ ਨੂੰ ਸੌਂਪਦਾ ਉਹ, ਕਿਉਂਕਿ ਡਬਲ ਜੱਜ ਦਾ ਫੈਸਲਾ ਇਸ ਕਰਕੇ, ਬੈਂਚ ਦਾ ਫੈਸਲਾ ਇਸ ਕਰਕੇ ਉਹਨਾਂ ਨੂੰ ਜਿਹੜਾ ਉਹ ਡਬਲ ਬੈਂਚ ਤਾਂ ਨਹੀਂ ਕਰੇਗਾ। ਸੋ ਇਹ ਬੜਾ ਮੁਸ਼ਕਿਲ ਹੈ ਕਿ ਉਹਨਾਂ ਨੂੰ ਅੱਜ ਦੀ ਤਾਰੀਖ ਦੇ ਵਿੱਚ ਕੋਈ ਰਿਲੀਫ ਜਿਹੜਾ ਉਹ ਮਿਲੇ, ਉਹਨਾਂ ਨੂੰ ਅੰਦਰ ਤੇ ਜਾਣਾ ਹੀ ਪੈਣਾ ਹੈਗਾ। ਔਰ ਇੱਕ ਵਾਰੀ ਪਹਿਲਾਂ ਵੀ ਉਹ ਕੁਝ ਦਿਨਾਂ ਲਈ ਗਏ ਸੀਗੇ। ਦੂਸਰੀ ਗੱਲ ਇਹ ਹੈ ਕਿ ਇੱਕ ਇਹ ਉਹਨਾਂ ਦੇ ਜਿਹੜੇ ਰਾਜਸੀ ਸਲਾਹਕਾਰ ਨੇ, ਉਹਨਾਂ ਵੱਲੋਂ ਇਹ ਪਤਾ ਲੱਗਿਆ ਕਿ ਉਹਨਾਂ ਨੇ ਕਿਹਾ ਕਿ ਨਵਜੋਤ ਸਿੱਧੂ ਬਿਮਾਰ ਨੇ, ਉਹਨਾਂ ਨੂੰ ਇੱਕ ਤੇ ਲੱਕ ਦੀ ਪ੍ਰੋਬਲਮ ਹੈ, ਬੈਕ ਇੱਕ ਦੀ, ਦੂਸਰੀ ਉਹਨਾਂ ਨੇ ਇਹ ਦੱਸਿਆ ਹੈ ਕਿ ਉਹਨਾਂ ਦੀ ਲੱਤ ਦੇ ਵਿੱਚ, ਖੱਬੀ ਲੱਤ ਦੇ ਵਿੱਚ ਇੱਕ ਬੈਲਟ ਲੱਗਦੀ ਹੈ। ਕੀ ਅਦਾਲਤ ਉਹ ਬੈਲਟ ਨੂੰ ਜਿਹੜਾ ਉਹ ਅਲਾਓ ਕਰੇਗੀ ਅੰਦਰ ਲੈ ਕੇ ਜਾਣ ਦਾ? ਤੇ ਦੂਸਰਾ ਉਹਨਾਂ ਨੇ ਕਿਹਾ ਵੀ ਉਹ ਦਵਾਈਆਂ ਜਿਹੜੀਆਂ ਨੇ ਉਹ ਖਾਂਦੇ ਆ। ਗੱਲ ਇਹ ਹੈ, ਇੱਥੇ ਸਵਾਲ ਇਹ ਉੱਠਦਾ, ਲੋਕੀ ਵੀ ਕਰ ਰਹੇ ਨੇ, ਕਰਨਗੇ ਜਿਹੜੇ ਜੁੜੇ ਹੋਏ ਨੇ ਮੀਡੀਆ ਨਾਲ, ਕਿ ਕੱਲ੍ਹ ਜਦੋਂ ਨਵਜੋਤ ਸਿੱਧੂ ਪਟਿਆਲੇ ਦੇ ਵਿੱਚ ਗਜਰਾਜ ਦੀ ਸਵਾਰੀ ਕਰਦੇ ਪਏ ਸੀ, ਹਾਥੀ ਦੀ ਸਵਾਰੀ ਕਰਦੇ ਪਏ ਸੀ, ਹਾਥੀ ਸਜਾਇਆ ਹੋਇਆ ਸੀ ਕੱਪੜਿਆਂ ਨਾਲ ਬਹੁਤ ਖੂਬਸੂਰਤ, ਉੱਤੇ ਲਿਖਿਆ ਹੋਇਆ ਸੀ ਰਾਈਜ਼ ਆਫ ਐਲੀਫੈਂਟ, ਰਾਈਜ਼ ਆਫ ਇਨਫਲੇਸ਼ਨ, ਤੇ ਉਸ ਵਕਤ ਸਿੱਧੂ ਸਾਹਿਬ ਦੀ ਲੱਤ ਦੇ ਵਿੱਚ ਜਿਹੜੀ ਬੈਲਟ ਸੀ, ਉਹ ਹਾਥੀ ਨੇ ਅਲਾਓ ਕਰੀ ਸੀ ਕਿ ਨਹੀਂ? ਹਾਂ, ਉਹ ਕੀ ਉਦੋਂ ਨਹੀਂ ਬੜੀ, ਕਿਉਂਕਿ ਉਹ ਹਾਥੀ ਤੇ ਚੜ੍ਹਨਾ ਸੌਖਾ ਨਹੀਂ ਹੈਗਾ। ਦੇਖੋ, ਇਹਦੇ ਸਾਹਿਬ 2 ਹਿੱਸੇ ਨੇ ਇਹਦੇ ਜੀ। ਇੱਕ ਤਾਂ ਇਹ ਕਿ ਕਨਵੀਨੀਐਂਟਲੀ ਸਾਡੇ ਪੋਲੀਟੀਸ਼ੀਅਨ ਬਿਮਾਰ ਹੋਣ ਦੇ ਬੜੇ ਸਮਰੱਥ ਹੁੰਦੇ ਨੇ, ਉਸ ਤਰ੍ਹਾਂ ਦੇ ਮੈਡੀਕਲ ਸਰਟੀਫਿਕੇਟ ਵੀ ਬਣ ਜਾਂਦੇ ਨੇ। ਦੂਜਾ ਰਿਲੀਫ ਦੀ ਗੱਲ ਹੈ, ਇਹ ਇੰਡੀਆ ਦੀ ਹਿਸਟਰੀ ਦੇ ਵਿੱਚ ਥੋੜ੍ਹੀ ਜਿਹੀ ਦੇਰ ਪਹਿਲਾਂ ਹੀ ਹੋ ਕੇ ਹਟੀ ਹੈ ਕਿ ਇੱਕ ਪਾਣੀ ਪੀਣ ਦੇ ਲਈ ਪਾਈਪ ਮੰਗਦੇ ਹੋਏ ਬੰਦਾ ਜੇਲ੍ਹ ਦੇ ਵਿੱਚ ਮਰ ਗਿਆ ਸੀ, ਸਟੈਨ ਸਵਾਮੀ, ਰਿਲੀਫ ਨਹੀਂ ਸੀ ਮਿਲਿਆ ਉਸ ਬੰਦੇ ਨੂੰ। ਬਿਲਕੁਲ ਬਿਲਕੁਲ, ਜਿਹੜਾ ਮਨੁੱਖੀ ਹੱਕਾਂ ਲਈ ਲੜਦਾ, ਹਾਂ, ਸਾਰੀ ਉਮਰ ਮਨੁੱਖੀ ਹੱਕਾਂ ਲਈ ਲੜਿਆ, ਸਿਰਫ ਪਾਣੀ ਪੀਣ ਲਈ ਪਾਈਪ ਮੰਗ ਰਿਹਾ ਸੀ। ਮਤਲਬ ਇਹ ਸਾਡੇ ਸਿਸਟਮ ਤੇ ਕਹਿ ਲਓ, ਸਾਡੀ ਹਿਸਟਰੀ ਤੇ ਕਹਿ ਲਓ, ਇੱਕ ਬਲੌਟ ਦੇ ਤੌਰ ਤੇ ਰਹੂਗਾ ਹਮੇਸ਼ਾ ਦੁਨੀਆ ਦੇ ਵਿੱਚ। ਮਤਲਬ ਇਹ ਹੈ ਕਿ ਜਦੋਂ ਕੋਈ ਬੰਦਾ ਬਿਮਾਰ ਹੈ ਜਾਂ ਫੇਕ ਬਿਮਾਰ ਹੈ, ਸਾਡਾ ਸਿਸਟਮ ਰਿਸਪੌਂਡ ਕਿਵੇਂ ਕਰਦਾ ਹੈ, ਇਹ ਤੇ ਡਿਪੈਂਡ ਹੈ। ਉਹ ਬੰਦਾ ਪਾਵਰਫੁਲ ਹੋਣ ਦੇ ਕਿੰਨਾ ਪਾਵਰਫੁਲ ਹੈ, ਰਿਸਪੌਂਡ ਇਦਾਂ ਕਰਦਾ ਹੈ ਕਿ ਉਹ ਪੋਲੀਟੀਕਲ ਐਸਟੈਬਲਿਸ਼ਮੈਂਟ ਦੇ ਕਿਹੜੇ ਪਾਸੇ ਹੈ। ਇੱਕ ਗੱਲ ਤਾਂ ਸਿੱਧੂ ਆਪਣਾ ਮਾਫ ਕਰਨਾ ਭੱਟੀ ਸਾਹਿਬ, ਇੱਕ ਗੱਲ ਥੋੜੀ ਜਿਹੀ ਜਿਹੜੀ ਅੱਜ ਦਾ ਜਿਹੜਾ ਕੱਲ ਦਾ ਫੈਸਲਾ ਆਇਆ ਸੁਪਰੀਮ ਕੋਰਟ ਦਾ, ਉਹ ਤੋਂ ਇਹ ਹੈ ਕਿ ਜਿਹੜੇ ਬਹੁਤ ਲੋਕੀ ਪਾਵਰਫੁਲ ਨੇ ਉਹ ਜੁਡੀਸ਼ਰੀ ਨੂੰ ਹਾਈਜੈਕ ਨਹੀਂ ਕਰ ਸਕਦੇ। ਇਹ ਠੀਕ ਹੈ ਗੱਲ, ਇਹ ਗੱਲ ਹੈ, ਕਿਉਂਕਿ ਨਵਜੋਤ ਸਿੱਧੂ ਕੋਈ ਘੱਟ ਪਾਵਰਫੁਲ ਨਹੀਂ ਹੈਗੇ। ਐਕਚੁਅਲੀ ਮੈਨੂੰ ਹੋਰ ਤਰ੍ਹਾਂ ਲੱਗਦਾ ਹੈ, ਮੈਨੂੰ ਲੱਗਦਾ ਵੀ ਜੁਡੀਸ਼ਰੀ ਵੀ ਸਾਡੇ ਨਾਲ ਉਹਦੇ 'ਚ ਇਸ ਤਰ੍ਹਾਂ ਦਾ ਖਲਾਰਾ ਹੈ ਕਿ ਡਿਪੈਂਡ ਕਰਦਾ ਕਿ ਜੱਜ ਕੌਣ ਹੈ। ਸਿਲੈਕਟਿਵ ਹੋ ਜਾਂਦੀ ਹੈ, ਸਿਲੈਕਟਿਵ ਨਹੀਂ ਹੁੰਦੀ, ਯੂਨੀਫਾਰਮਡ ਉਹ ਨਹੀਂ ਹੈ। ਦੇਖੋ, ਇਹ ਅਸੀਂ ਲਿਖਤਾ ਹੈ ਕਨਸਟੀਟਿਊਸ਼ਨ 'ਚ, ਇਕੁਐਲਿਟੀ ਬਿਫੋਰ ਲਾਅ, ਸਿਟੀਜ਼ਨਸ ਦੀ ਇਕੁਐਲਿਟੀ ਬਿਫੋਰ ਲਾਅ ਤਾਂ ਹੋ ਸਕਦੀ ਹੈ, ਇਕੁਐਲਿਟੀ ਬਿਫੋਰ ਲੀਗਲ ਸਿਸਟਮ, ਕਿ ਉੱਥੇ ਤੱਕ ਜਾ ਸਕਦੇ ਨੇ, ਨਹੀਂ ਜਾ ਸਕਦੇ, ਕਿੱਥੇ ਖੜੇ ਨੇ, ਕਿੱਧਰਲੇ ਪਾਸੇ ਨੇ, ਕਿਹੜੀ ਜਥੇਬੰਦੀ ਨਾਲ ਨੇ, ਪੋਲੀਟੀਕਲ ਐਸਟੈਬਲਿਸ਼ਮੈਂਟ ਦੀ ਰਾਈਟ ਸਾਈਡ ਤੇ ਨੇ, ਰੋਂਗ ਸਾਈਡ ਤੇ ਨੇ, ਉਹਨਾਂ ਕੋਲ ਹੋਰ ਕਿਹੜੇ ਸਾਧਨ ਨੇ ਟੂ ਅਪਰੋਚ ਦੈਟ ਸਿਸਟਮ ਜੀ। ਇਹਦੇ ਤੇ ਡਿਪੈਂਡ ਕਰਦਾ ਬਹੁਤ ਸਾਰਾ ਕੁਝ, ਕਿਉਂਕਿ ਦੇਖੋ ਵਿਕਰਮ ਮਜੀਠੀਆ ਹੋਣੀ ਇਲੈਕਸ਼ਨਾਂ ਤੋਂ ਬਾਅਦ ਦੇ ਅੰਦਰ ਨੇ, ਔਰ ਕਿਹਾ ਜਾਂਦਾ ਸੀ ਕਿ ਇਹਨਾਂ ਨੇ ਤਾਂ ਬੜੀ ਜਲਦੀ ਬਾਹਰ ਆ ਜਾਣਾ,
ਉਹਨਾਂ ਨੂੰ ਨਹੀਂ ਮਿਲੀ ਔਰ ਇਸ ਦੇ ਬਾਰੇ ਲੋਕੀ ਉਂਗਲਾਂ ਉਠਾ ਰਹੇ ਨੇ ਕਿ ਇਹ ਵੀ ਕੋਈ ਇੱਕ ਸਾਜ਼ਿਸ਼ ਦਾ ਹਿੱਸਾ ਹੈ ਕਿ ਉਹਨਾਂ ਨੂੰ ਬਾਹਰ ਜਿਹੜਾ ਨਹੀਂ ਆਉਣ ਦਿੱਤਾ ਜਾਂਦਾ, ਕੋਈ ਖੇਡ ਹੈ ਇਹਦੇ ਪਿੱਛੇ। ਆਪਣੇ ਕੋਲ ਇਹ ਵੀ ਐਗਜ਼ਾਮਪਲਾਂ ਨੇ ਕਿ ਐਦਾਂ ਦੀਆਂ ਵੀ ਬਲੈਂਕਟ ਬੇਲਸ ਮਿਲੀਆਂ ਨੇ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਵੀ ਇਹ ਬੰਦਾ ਜੇ ਕੋਈ ਕ੍ਰਾਈਮ ਕਰੂਗਾ ਉਹ 'ਚ ਵੀ ਜ਼ਮਾਨਤ ਦਿੱਤੀ। ਹਾਂ ਬਿਲਕੁਲ, ਕੋਰਟ ਨੇ, ਸੁਪਰੀਮ ਕੋਰਟ ਨੇ ਪੁੱਛਿਆ ਹਾਈ ਕੋਰਟ ਨੂੰ ਵੀ ਇਹ ਕਿਸ ਤਰ੍ਹਾਂ ਦੀ ਤੁਸੀਂ ਜੱਜਮੈਂਟ ਦਿੱਤੀ ਹੈ ਕਿ ਭਵਿੱਖ ਵਿੱਚ ਵੀ ਨਹੀਂ ਫੜਿਆ ਜਾਏਗਾ, ਫਿਊਚਰ ਕ੍ਰਾਈਮ ਵੀ ਹੈ ਜਿਹੜਾ ਇਹਦਾ ਉਹਦੇ 'ਚ ਵੀ ਇਹਨੂੰ ਜ਼ਮਾਨਤ ਦੇ ਦਿੱਤੀ, ਜ਼ਮਾਨਤ ਦਿੱਤੀ ਹੈ। ਮਤਲਬ ਇਹ ਵੀ ਸਾਡੇ ਕੋਲ ਹੈ। ਖੈਰ ਜੁਡੀਸ਼ਰੀ ਦੇ ਵਿੱਚ ਸਿਸਟਮ ਬੜਾ ਲੰਮਾ ਹੈ, ਬਹੁਤ ਕੁਝ ਇਨਵੋਲਵ ਹੈ ਉਹਦੇ ਵਿੱਚ ਔਰ ਇੰਨੇ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਸੀ, ਰਮੰਨਾ ਜੀ ਨੇ, ਕਿ ਜਿਹੜੇ 4.5 ਪੌਣੇ 5 ਕਰੋੜ ਕੇਸ ਪੈਂਡਿੰਗ ਪਏ ਹੋਏ ਆ। ਦੇਖੋ ਫਿਰ ਪੌਣੇ 5 ਕਰੋੜ ਕੇਸ ਪਏ ਹੋਏ ਆ ਤੇ ਜੱਜ ਪੂਰੇ ਹੈ ਨਹੀਂ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਤਕਰੀਬਨ 50% ਕੇਸ ਤਾਂ ਸਰਕਾਰਾਂ ਵੱਲੋਂ ਹੈ। ਮਤਲਬ ਜਿੱਥੇ ਇੰਪਲਾਈਜ਼ ਇਨਵੋਲਵ ਹੈਗੇ ਜਿਹੜੇ ਕਿ ਤੁਸੀਂ ਆਪਣੇ ਡਿਪਾਰਟਮੈਂਟ ਦੇ ਮੈਕੈਨਿਜ਼ਮ ਨਾਲ ਹੱਲ ਕਰ ਸਕਦੇ ਹੋ ਤੇ ਉਹ ਵੀ ਕੇਸ ਸਾਡੇ ਕੋਲੇ ਆ ਕੇ ਨਿਬੜਦੇ ਹੈਗੇ। ਸਭ ਤੋਂ ਵੱਡੀ ਲਿਟੀਗੈਂਟ ਸਟੇਟ ਹੈ ਔਰ ਉਹਨਾਂ ਨੇ ਕਿਹਾ ਕਿ ਇਹਦਾ ਮਤਲਬ ਇਹ ਆ ਕਿ ਤੁਹਾਡੀ ਜਿਹੜੀ ਸਰਕਾਰੀ ਸਿਸਟਮ ਹੈ ਨਾ, ਜੁਡੀਸ਼ਰੀ ਆਪਣੀ ਐਗਜ਼ੈਕਟਿਵ ਤੇ ਲੈਜਿਸਲੇਟਿਵ, ਉੱਥੇ ਬਹੁਤ ਵੱਡੀ ਘਾਟ ਹੈ, ਗੈਪ ਹੈ ਉੱਥੇ, ਕਾਨੂੰਨ ਨੂੰ ਨਹੀਂ ਮੰਨ ਰਹੇ। ਸੋ ਅੱਜ ਤਾਜ਼ਾ ਇਹ ਆ ਰਹੀ ਆ ਕਿ ਹਾਲੇ ਤੱਕ ਜਦੋਂ ਦੁਪਹਿਰ ਦਾ 12:30 ਹੋਣ ਵਾਲੇ ਆ, ਤਕਰੀਬਨ 12:20 ਹੋ ਗਏ ਆ, ਇਸ ਵਕਤ ਤੱਕ ਸਿੱਧੂ ਸਾਹਿਬ ਦੇ ਜਿਹੜੇ ਵਕੀਲ ਨੇ ਉਹ ਚੀਫ ਜਸਟਿਸ ਆਫ ਇੰਡੀਆ ਦੇ ਕੋਲ ਆਪਣੀ ਐਪਲੀਕੇਸ਼ਨ ਨਹੀਂ ਕਰ ਸਕੇ, ਹਾਲੇ ਤੱਕ ਉਹ ਨਹੀਂ ਕਰ ਸਕੇ। ਸੋ ਇਸ ਕਰਕੇ ਕਿਉਂਕਿ ਜਿਹੜੇ ਕੇਸ ਲੱਗੇ ਹੁੰਦੇ ਆ ਉਹ ਵੀ ਸੁਣਨੇ ਹੁੰਦੇ ਆ, ਉਹਨਾਂ ਦਾ ਪਹਿਲਾਂ ਰਜਿਸਟਰੀ ਤਾਂ ਹੋਣੀ ਹੈ ਔਰ ਇਹਦੀ ਕੀ ਪ੍ਰਾਇੋਰਟੀ ਹੈ, ਕਿੰਨੀ ਅਰਜੈਂਸੀ ਹੈ ਇਹਦੀ। ਜੱਜ ਇਹ ਵੀ ਕਹਿ ਸਕਦੇ ਆ ਕਿ ਸਰੈਂਡਰ ਕਰ ਦਿਓ, ਆ ਜਾਓ, ਕੋਈ ਨਹੀਂ ਅਸੀਂ ਕੱਲ ਸੁਣ ਲਾਂਗੇ, ਰਜਿਸਟਰੀ 'ਚ ਦੇ ਦਿਓ ਆਪੇ। ਪਰ ਦੂਸਰੇ ਪਾਸੇ ਇੱਕ ਹੋਰ ਵੀ ਵੱਡੀ ਗੱਲ ਹੈ ਨਾ, ਅੱਜ ਤੋਂ ਸੁਪਰੀਮ ਕੋਰਟ ਛੁੱਟੀਆਂ ਤੇ ਜਾ ਰਹੀ ਹੈ, ਓਕੇ, ਜੁਲਾਈ ਤੱਕ। ਉਹ ਤਾਂ ਚਲੋ ਛੁੱਟੀ 'ਚ ਵੀ ਕੋਈ ਨਾ ਤੇ ਛੁੱਟੀ ਦੇ ਦੌਰਾਨ ਜਿਹੜਾ ਵੋਕੇਸ਼ਨ ਬੈਂਚ ਬੈਠੇਗਾ ਕੀ ਉਹ ਇਹਦੀ ਸੁਣਵਾਈ ਕਰ ਸਕਦਾ, ਕੈਪੇਬਿਲਿਟੀ ਹੈ ਕਿ ਨਹੀਂ ਉਹਦੀ, ਬੜੇ ਸਵਾਲ ਜਿਹੜੇ ਆ ਉਹ ਖੜੇ ਹੋ ਰਹੇ ਨੇ। ਸੋ ਇਸ ਕਰਕੇ ਲੱਗਦਾ ਹੈ ਕਿ ਅੱਜ ਇਹਨਾਂ ਦਾ ਟਾਈਮ ਅੱਜ ਕਦੋਂ ਤੱਕ ਹੈ? ਅੱਜ ਦੇਖੋ ਜੀ, ਅੱਜ ਉਹਨਾਂ ਦਾ ਸਰੈਂਡਰ ਕਰਨ ਦਾ ਟਾਈਮ ਹੈ, ਉਹਨਾਂ ਦਾ ਅੱਜ ਦਾ ਦਿਨ 5 ਵਜੇ ਤੋਂ ਸ਼ੁਰੂ ਹੋਣਾ ਸ਼ਾਮ ਦੇ। ਸੋ ਉਦੋਂ ਪਹਿਲਾਂ ਉਹ ਕਿਸੇ ਟਾਈਮ ਵੀ ਸਰੈਂਡਰ ਕਰ ਸਕਦੇ ਆ। ਉਸ ਤੋਂ ਬਾਅਦ ਉਹਨਾਂ ਦਾ ਸਥਾਨਕ ਹਸਪਤਾਲ ਦੇ ਵਿੱਚ ਜਿਹੜਾ ਉਹ ਮੈਡੀਕਲ ਹੋਏਗਾ, ਉਸ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਆ ਉੱਥੇ ਐਂਟਰੀ ਪਏਗੀ, ਫਿਰ ਉਹਨਾਂ ਨੂੰ ਬੈਰਕ ਦਿੱਤੀ ਜਾਏਗੀ। ਤੇ ਉਹ ਜਿਵੇਂ ਦੱਸ ਰਹੇ ਸੀਗੇ ਕਿ ਸਿੱਧੂ ਸਾਹਿਬ ਨੂੰ ਜਿਹੜਾ ਉਹ ਜੇਲ੍ਹ ਵਾਲਾ ਹੀ ਖਾਣਾ ਪਏਗਾ, ਭਾਵੇਂ ਉਹਨਾਂ ਨੂੰ ਅਗਰ ਡਾਕਟਰ ਰეკਮੈਂਡ ਕਰਦੇ ਆ ਕੁਝ ਕਿ ਹਾਂ ਇਹਨੂੰ ਇਸ ਕਿਸਮ ਦਾ ਦਿੱਤਾ ਜਾਵੇ ਤਾਂ ਉਹ ਫਿਰ ਵੱਖਰੀ ਗੱਲ ਹੋਏਗੀ, ਪਰ ਇਹ ਆ ਕਿ ਸਧਾਰਨ ਖਾਣਾ ਜਿਹੜਾ ਮਿਲਦਾ ਉਹ ਉਹਨਾਂ ਨੂੰ ਮਿਲੇਗਾ। ਤੇ ਇਹਦੇ ਵਿੱਚ ਇਹ ਕੋਈ ਨਹੀਂ ਕਿ ਉਹ ਅੰਤਰਰਾਸ਼ਟਰੀ ਖਿਡਾਰੀ ਹੈ ਤੇ ਉਹਨਾਂ ਨੂੰ ਵੱਖਰੀ ਕਿਸਮ ਦੀ ਟ੍ਰੀਟਮੈਂਟ ਦਿੱਤੀ ਜਾਊਗੀ। ਜੇਲ੍ਹ ਵਿੱਚ ਜਿਹੜਾ ਕੈਦੀ ਚਲਿਆ ਗਿਆ ਸਜ਼ਾ ਭੁਗਤਣ, ਉਹ ਕੈਦੀ ਹੈ, ਉੱਥੇ ਉਹਦਾ ਕੋਈ ਵੱਖਰਾ ਸਟੇਟਸ ਨਹੀਂ ਹੈ। ਹਾਂ, ਮੈਡੀਕਲ ਗਰਾਊਂਡ ਦੇ ਉੱਤੇ ਕੋਈ ਨਾ ਰਿਕਮੈਂਡੇਸ਼ਨ ਹੋਣ ਤਾਂ ਉਹਦੀ ਗੱਲ ਜਿਹੜੀ ਆ ਉਹ ਵੱਖਰੀ ਹੈ। ਪਰ ਇੱਕ ਗੱਲ ਹੈ ਭੱਟੀ ਸਾਹਿਬ ਕਿ ਅਗਰ ਸਿੱਧੂ ਸਾਹਿਬ 1 ਸਾਲ ਰਹਿਣਾ ਹੀ ਪੈਣਾ ਉਹਨਾਂ ਨੂੰ ਅੰਦਰ ਦੇ, 1 ਸਾਲ ਦੇ ਵਿੱਚ ਜਿਹੜੀ ਉਹਨਾਂ ਦੀ ਸਿਆਸੀ ਪਿੱਚ ਹੈ, ਮੈਨੂੰ ਲੱਗਦਾ ਹੈ ਉਹਦੇ ਉੱਤੇ ਕਾਫੀ ਕੁਝ ਪੁੱਟਿਆ ਜਾਣਾ, ਉਹਦੇ ਉੱਤੇ ਨਵੀਂ ਪਿੱਚ ਬਣਾਉਣ ਦੀ ਕੋਸ਼ਿਸ਼ ਪਿਛਲੇ ਲੋਕ ਕਰਨਗੇ। ਉਹਨਾਂ ਦੀ ਸਪੇਸ ਜਿਹੜੀ ਉਹਨਾਂ ਨੇ ਲਈ ਸੀ ਉਹਨੂੰ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਊਗੀ ਕਿ ਇਹ ਸਾਲ ਬਾਅਦ, ਕਿਉਂਕਿ ਜਿਵੇਂ ਸੁਖਜਿੰਦਰ ਰੰਧਾਵਾ ਹੋਣਾ ਨੇ ਕਹਿ ਦਿੱਤਾ ਕਿ ਜੋ ਕੰਮ ਕਾਂਗਰਸ ਨਹੀਂ ਕਰ ਸਕੀ ਉਹ ਸੁਪਰੀਮ ਕੋਰਟ ਨੇ ਕਰ ਦਿੱਤਾ, ਭਾਵ ਕਿ ਉਹ ਵੀ ਚਾਹੁੰਦੇ ਆ ਕਿ ਸਿੱਧੂ ਕਾਂਗਰਸ 'ਚ ਨਾ ਰਹਿਣ। ਇਸੇ ਤਰ੍ਹਾਂ ਨਵਤੇਜ ਚੀਮਾ ਹੋਣਾ ਨੇ ਇਹ ਗੱਲ ਕਹਿ ਦਿੱਤੀ ਕਿ ਜੋ AK-47 ਨਹੀਂ ਕੰਮ ਕਰਦੀਆਂ ਸੀ ਉਹ ਇਹਨਾਂ ਦੇ ਸ਼ਬਦ ਕਰ ਦਿੰਦੇ ਸੀਗੇ, ਭਾਵ ਕਿ ਇਹਨਾਂ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਇਹਨਾਂ ਨੇ ਐਕਚੁਅਲੀ ਉਹ ਵਿਰੋਧ ਕਰ ਲਿਆ ਹੋਇਆ ਸੀ। ਪੋਲਰਾਈਜ਼ਿੰਗ ਪਰਸਨੈਲਿਟੀ ਤਾਂ ਹੈ ਹੀ, ਪੋਲਰਾਈਜ਼ਿੰਗ ਪਰਸਨੈਲਿਟੀ ਇਹ ਤਾਂ ਹੈ ਹੀ ਉਹਨਾਂ ਦੀ ਇੱਕ ਚੀਜ਼। ਪਰ ਮੈਨੂੰ ਇਹ ਲੱਗਦਾ ਬੜਾ ਸਾਹਿਬ, ਸਾਲ ਜਿਸ ਤਰ੍ਹਾਂ ਦੀ ਸਪੀਡ ਹੈ ਪੋਲੀਟੀਕਲ ਐਕਟੀਵਿਟੀਜ਼ ਦੀ, ਜਿਹੜੇ ਪੀਰੀਅਡ 'ਚ ਅਸੀਂ ਰਹਿ ਰਹੇ ਹਾਂ ਜੀ, 6 ਮਹੀਨੇ ਪਹਿਲਾਂ ਹੀ ਅਮਰਿੰਦਰ ਸਿੰਘ ਤੋਂ ਬਿਨਾਂ ਪੰਜਾਬ ਇਮੈਜਿਨ ਨਹੀਂ ਸੀ ਕਰਦੇ ਲੋਕ, ਤੇ ਅੱਜ ਅਮਰਿੰਦਰ ਸਿੰਘ ਹੈ ਨਹੀਂ ਕਿਤੇ, ਮੈਂ ਤੁਹਾਨੂੰ ਉਹੀ ਦੱਸ ਰਿਹਾ, ਮੀਡੀਆ 'ਚ ਵੀ ਨਹੀਂ ਹੈਗਾ, ਕਿਤੇ ਵੀ ਨਹੀਂ ਹੁੰਦਾ ਜੀ। ਮਤਲਬ ਇਹ ਸਾਲ ਤਾਂ ਬਹੁਤ ਲੰਬਾ ਸਮਾਂ ਹੈ, ਹੁਣ ਤਾਂ ਦਿਨਾਂ ਦੇ ਵਿੱਚ, ਘੰਟਿਆਂ ਦੇ ਵਿੱਚ ਸਿਚੁਏਸ਼ਨ ਚੇਂਜ ਹੋ ਰਹੀ ਹੈ। ਬਿਲਕੁਲ, ਜਦੋਂ ਮੈਨੂੰ ਲੱਗਦਾ ਅੱਜ ਕੱਲ੍ਹ ਸਭ ਕੁਝ ਮੀਡੀਆ ਤੈਅ ਕਰਦਾ। ਜਿਸ ਦਿਨ ਤੁਸੀਂ ਮੀਡੀਆ ਦੀ ਸਕਰੀਨ ਤੋਂ ਗਾਇਬ ਹੋ ਗਏ, ਉਸ ਦਿਨ ਤੁਸੀਂ ਸਾਰੇ ਥਾਵਾਂ ਤੋਂ ਗਏ। ਨਹੀਂ, ਤੁਸੀਂ ਵਿਦ ਆਲ ਡਿਊ ਰਿਗਾਰਡਸ ਆਪਾਂ ਮੀਡੀਆ ਦੇ ਹਾਊਸ 'ਚ ਹੀ ਬੈਠੇ ਹਾਂ ਜੀ, ਕੀ ਅੱਜ ਪੰਜਾਬ ਜਾਂ ਇੰਡੀਆ ਦੇ ਵਿੱਚ ਇਹੀ ਇੱਕ ਘਟਨਾ ਹੈ ਵੈਸੇ? ਜਿੰਨਾ ਸਪੇਸ ਇਸ ਚੀਜ਼ ਨੇ ਮੱਲਿਆ ਹੋਇਆ ਹੈ,
ਤੇ ਜਿੰਨੇ ਹੋਰ ਪੰਜਾਬ ਦੇ 3 ਕਰੋੜ ਲਗਭਗ ਲੋਕ ਤੇ ਹੋਰ 120 ਕਰੋੜ ਇੰਡੀਆ ਦੇ, ਉਹ ਉੱਥੇ ਕੋਈ ਘਟਨਾ ਨਹੀਂ ਹੋ ਰਹੀ। ਦੇਖੋ ਨਾ, ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਇਸ ਟਾਈਮ ਸਾਡੇ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਵੀ। ਸਪੇਸ ਇਸ ਇੱਕ ਗੱਲ ਨੇ ਮੰਨ ਲਿਆ ਹੈ, ਚਲੋ ਦਿਸ ਵੇ ਔਰ ਦੈਟ ਵੇ, ਰਿਲੀਫ ਮਿਲੇ ਨਾ ਮਿਲੇ, ਅੰਦਰ ਜਾਣ ਜਾਂ ਬਾਹਰ ਆ ਜਾਣ, ਇਹਦੇ ਨਾਲ ਵੈਸੇ ਨੇਸ਼ਨ ਦੀ ਫੇਟ ਨੂੰ ਜਾਂ ਪੰਜਾਬ ਦੀ ਸਟੇਟ ਦੀ ਫੇਟ ਨੂੰ ਕੀ ਫਰਕ ਪੈਂਦਾ ਆਮ ਲੋਕਾਂ ਨੂੰ? ਇੱਕ ਖਬਰ ਹੋਰ ਮੀਡੀਆ ਦੇ ਵਿੱਚ ਫਲੈਸ਼ ਹੋ ਰਹੀ ਹੈ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਹੋਰ ਕੋਈ ਨਵਾਂ ਕੇਸ ਨਹੀਂ ਲੈਣਗੇ। ਓਕੇ, ਸੋ ਇਹਦਾ ਮਤਲਬ ਇਹ ਹੈ ਕਿ ਜਿਹੜੇ ਕੇਸ ਪਹਿਲਾਂ ਹੀ ਲਿਸਟ ਹੋ ਚੁੱਕੇ ਹੋਏ ਆ ਕੱਲ, ਉਹੀ ਸੁਣੇ ਜਾਣਗੇ ਤੇ ਨਵਾਂ ਕੇਸ ਨਹੀਂ ਆਏਗਾ। ਇਸ ਕਰਕੇ ਨਵਜੋਤ ਸਿੱਧੂ ਹੋਣਾ ਨੂੰ ਅੱਜ ਹਰ ਹਾਲਤ ਦੇ ਵਿੱਚ ਸਰੈਂਡਰ ਕਰਨਾ ਪੈਣਾ, ਬਸ਼ਰਤੇ ਕਿ ਅਸੀਂ ਉਹਨਾਂ ਦੀ ਸਿਹਤ ਲਈ ਦੁਆ ਕਰਦੇ ਹਾਂ, ਚਲੋ ਸਿਹਤ ਠੀਕ ਰਵੇ ਉਹਨਾਂ ਦੀ। ਔਰ ਉਹਨਾਂ ਨੇ ਕਿਹਾ ਹੈ ਕਿ ਮੈਂ ਅਦਾਲਤ ਦੇ ਫੈਸਲੇ ਦਾ ਸਵਾਗਤ ਜਿਹੜਾ ਉਹ ਕਰਦਾ। ਚੰਗੀ ਗੱਲ ਹੈ, ਅਦਾਲਤਾਂ ਦੀ ਸਾਨੂੰ ਇਸੇ ਤਰ੍ਹਾਂ ਇੱਜ਼ਤ ਕਰਨੀ ਚਾਹੀਦੀ ਹੈ। ਜੋ ਫੈਸਲੇ ਉਹਨਾਂ ਦੇ ਹੁੰਦੇ, ਇੱਕ ਅਪੀਲ ਸਿਸਟਮ ਹੈਗਾ, ਅਪੀਲ 'ਚ ਜਾਣਾ ਚਾਹੀਦਾ। ਉਹ ਅਪੀਲ ਕਰ ਸਕਦੇ ਆ, ਉਹ ਹਾਇਰ ਬੈਂਚ ਲਈ ਜਿਹੜੀ ਆ ਅਪੀਲ ਜਿਹੜੀ ਆ ਉਹ ਕਰ ਸਕਦੇ ਆ ਬਾਅਦ ਦੇ ਵਿੱਚ, ਕਰਨਾ ਪਊਗਾ ਉਹ ਤੋਂ ਪਰ ਬਾਅਦ ਸਰੈਂਡਰ ਇੱਕ ਵਾਰੀ ਜਿਹੜਾ ਉਹ ਜ਼ਰੂਰ ਕਰਨਾ ਪਊਗਾ। ਸੋ ਆਪਾਂ ਕੁਝ ਪੰਜਾਬ 'ਚ ਹਾਈ ਪ੍ਰੋਫਾਈਲ ਕੇਸ ਇਹ ਵੀ ਦੇਖੇ ਨੇ ਕਿ ਸਡਨਲੀ ਜਿਹੜੇ ਐਕਟਰਸ ਨੇ ਉਹ ਡਿਸਅਪੀਅਰ ਵੀ ਹੋ ਜਾਂਦੇ ਸੀ, ਲੱਭਦੇ ਹੀ ਨਹੀਂ ਸੀ। ਪਰ ਇਹ ਨਵਜੋਤ ਸਿੱਧੂ ਹੋਣੀ ਨਹੀਂ ਹੋ ਸਕਦਾ, ਇਹਨਾਂ ਕੋਲੇ ਆਪਸ਼ਨ ਨਹੀਂ ਹੈ ਮੇਰੇ, ਇਹਨਾਂ ਕੋਲੇ ਆਪਸ਼ਨ ਇਸ ਕਰਕੇ ਨਹੀਂ ਹੈਗੀ। ਇੱਕ ਤਾਂ ਇਹਨਾਂ ਦਾ ਵਕਾਰ ਹੈ ਅੰਤਰਰਾਸ਼ਟਰੀ ਪੱਧਰ ਤੇ, ਫਿਰ ਇਹ ਕਹਿੰਦੇ ਆ ਕਿ ਅਸੀਂ ਪਹਿਲਾਂ ਹੀ ਕਹਿ ਚੁੱਕਿਆ ਕਿ ਮੈਂ ਅਦਾਲਤ ਦੇ ਫੈਸਲੇ ਦੀ ਜਿਹੜੀ ਇੱਜ਼ਤ ਕਰਦਾ, ਤੇ ਜੇ ਗਾਇਬ ਹੁੰਦੇ ਆ ਤੇ ਫਿਰ ਜਿਹੜਾ ਉਹ ਹੋਰ ਬਹੁਤ ਵੱਡਾ ਸਵਾਲ ਜਿਹੜਾ ਪੈਦਾ ਹੋ ਜਾਂਦਾ। ਜਿਹੜੇ ਲੋਕ ਉੱਥੇ ਬੈਠੇ ਹੋਏ ਆ ਉਹਨਾਂ ਤੇ ਵੀ ਸਵਾਲ ਪੈਦਾ ਹੁੰਦਾ। ਉਹ ਸਾਰੇ ਲੋਕੀ ਸ਼ੱਕ ਦੇ ਘੇਰੇ, ਸਾਰਿਆਂ ਦੇ ਉੱਤੇ ਜਿਹੜਾ ਕ੍ਰਿਮੀਨਲ ਕੇਸ ਆ ਸਕਦਾ ਹੈ, ਜਿਨ੍ਹਾਂ ਦੀਆਂ ਵੀਡੀਓ ਬਣੀਆਂ ਹੋਈਆਂ ਨੇ, ਅੰਦਰ ਗਏ ਨੇ ਜਿਹੜੇ ਲੋਕੀ ਉੱਥੇ। ਨਹੀਂ ਉਹ ਤਾਂ ਖੈਰ ਚਲੋ ਇਸ ਤਰ੍ਹਾਂ ਦੀ ਸਾਰਾ ਕੁਝ ਹੀ ਹੋ ਜਾਂਦਾ ਜਦੋਂ ਇਸ ਤਰ੍ਹਾਂ ਦੀ ਸੰਭਾਵਨਾ ਜਿਹੜੀ ਉਹ ਬਿਲਕੁਲ ਨਹੀਂ ਹੈਗੀ। ਪਰ ਇਹ ਆ ਕਿ ਅੱਜ ਇਹਨਾਂ ਦਾ ਕੇਸ ਜਿਹੜਾ ਉਹ ਨਹੀਂ ਲੱਗਣਾ, ਇਸ ਕਰਕੇ ਇਹਨਾਂ ਨੂੰ ਸਰੈਂਡਰ ਕਰਨਾ ਪੈਣਾ। ਇਹ ਇਸ ਕਿਸਮ ਦੀ ਸੂਚਨਾ ਜਿਹੜੀ ਆਉਣੀ ਸ਼ੁਰੂ ਹੋ ਗਈ ਹੈ, ਕਨਫਰਮ ਤੇ ਨਹੀਂ ਹੋਈ ਪਰ ਲੱਗ ਰਿਹਾ ਕਿ ਅੱਜ ਇਸ ਤੋਂ ਬਾਅਦ ਕੇਸ ਜਿਹੜਾ ਉਹਨਾਂ ਦਾ ਨਹੀਂ ਲੱਗੇਗਾ। ਨਵਜੋਤ ਸਿੱਧੂ ਨੂੰ ਆਉਣਾ ਪਏਗਾ ਜੇਲ੍ਹ ਦੇ ਵਿੱਚ। ਗੱਲ ਕਰ ਰਹੇ ਸੀ ਇਸ ਇਹਨਾਂ ਦੀ ਸਿਆਸਤ ਦੀ ਗੱਲ, ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਇੱਕ ਅੱਜ ਜਿਵੇਂ ਮੀਡੀਆ 'ਚੋਂ ਬੰਦਾ ਗਾਇਬ ਹੁੰਦਾ, ਕਿਉਂਕਿ ਅੱਜ ਮੀਡੀਆ ਹੀ ਮੈਸੇਜ ਹੈ। ਕਿਸੇ ਟਾਈਮ ਹੁੰਦਾ ਸੀ ਕਿ ਮੈਸੇਜ ਜਿਹੜਾ ਹੈ ਉਹ ਫਾਰ ਮੀਡੀਆ ਮੈਸੇਜ ਇਜ਼ ਐਵਰੀਥਿੰਗ, ਇੱਕ ਜ਼ਮਾਨਾ ਸੀ। ਪਰ ਹੌਲੀ ਹੌਲੀ ਮੀਡੀਆ ਨਾ ਪਾਵਰਫੁਲ ਹੋ ਗਿਆ ਕਿ ਮੀਡੀਆ ਹੀ ਮੈਸੇਜ ਬਣ ਗਿਆ। ਮੀਡੀਅਮ ਇਜ਼ ਮੈਸੇਜ। ਯੈਸ, ਮੀਡੀਆ ਮੈਸੇਜ ਤਿਆਰ ਕਰਦਾ ਹੈ ਕਿ ਅਸੀਂ ਗੱਲ ਨੂੰ ਕਹਿਣਾ ਕਿਵੇਂ ਆ, ਕਹਿਣਾ ਕਿਵੇਂ, ਜਾਂ ਕਿਹੜੀ ਨੂੰ ਹਾਈਲਾਈਟ ਕਰਨਾ ਹੈ, ਤੁਸੀਂ ਕਿਹੜੀ ਨੂੰ ਹਾਈਲਾਈਟ ਕਰਨਾ, ਟਾਰਚ ਕਿੱਥੇ ਮਾਰਨੀ ਹੈ। ਸੋ ਹੁਣ ਮੀਡੀਆ ਦੇ ਵਿੱਚੋਂ ਜਦੋਂ ਗਾਇਬ ਹੋ ਜਾਂਦੇ ਆ, ਤੁਸੀਂ ਦੇਖਦੇ ਹੋ ਕਿ ਜਦੋਂ, ਬੜੀ ਇੱਕ ਛੋਟੀ ਜਿਹੀ ਉਦਾਹਰਨ ਦੇਣਾ, ਕਿ ਜਦੋਂ ਸਾਡੇ ਰਾਸ਼ਟਰਪਤੀ ਦਾ ਟਰਮ ਖਤਮ ਹੁੰਦੀ ਹੈ ਤੇ ਅਗਲੇ ਦਿਨ ਤੋਂ ਹੀ ਮੀਡੀਆ ਦੇ ਵਿੱਚ ਦੂਸਰੇ ਰਾਸ਼ਟਰਪਤੀ ਦਾ ਨਾਮ ਆਉਣਾ ਸ਼ੁਰੂ ਹੋ ਜਾਂਦਾ ਹੈ, ਤੇ ਤੁਸੀਂ ਵਿਦਨ 24 ਆਵਰਸ ਤੁਹਾਨੂੰ ਨਵੇਂ ਰਾਸ਼ਟਰਪਤੀ ਦਾ ਨਾਮ ਯਾਦ ਹੋ ਜਾਂਦਾ, ਨਵੇਂ ਪ੍ਰਧਾਨ ਮੰਤਰੀ ਦਾ ਯਾਦ ਹੋ ਜਾਂਦਾ, ਨਵੇਂ ਮੁੱਖ ਮੰਤਰੀ ਦਾ ਯਾਦ ਹੋ ਜਾਂਦਾ। ਤਾਂ ਕਿ ਤੁਹਾਡੇ ਸੂਚਨਾ ਦੇ ਏਰੀਏ ਚੋਂ ਨਿਕਲ ਗਿਆ ਜਦੋਂ ਹੀ ਵਿਅਕਤੀ, ਉਦੋਂ ਹੀ ਉਹ ਜਿਹੜਾ ਉਹ ਸੁਸਾਇਟੀ ਚੋਂ ਖਤਮ ਹੋਣ ਵਾਲੀ ਗੱਲ ਹੈਗੀ ਆ। ਮਤਲਬ ਉਹ ਮੈਂਟਲ ਸਪੇਸ ਹੈ ਜਿਹੜਾ ਉਹਦੇ ਚੋਂ ਗਾਇਬ ਹੋਣਾ ਸ਼ੁਰੂ ਹੋ ਜਾਂਦਾ। ਇੱਥੇ ਹੁਣ ਇੱਕ ਗੱਲ ਭੱਟੀ ਸਾਹਿਬ ਤੁਸੀਂ ਸਪਸ਼ਟ ਕਰੋ, ਕਿਉਂਕਿ ਨਵਜੋਤ ਸਿੱਧੂ ਹੋਣਾ ਨੇ ਆਪਣੀ ਟੀਮ ਦੇ ਵਿੱਚ ਸੈਕੰਡ ਤੇ ਰੱਖਿਆ ਹੀ ਕੋਈ ਨਹੀਂ, ਜਿਹੜਾ ਉਹਨਾਂ ਦੇ ਅੰਦਰ ਜਾਣ ਤੋਂ ਬਾਅਦ ਹੁਣ ਬਾਅਦ ਚ ਐਕਟਿਵ ਰਵੇ, ਹੈ ਕੋਈ ਟੀਮ ਤਾਂ ਨਹੀਂ ਸੀਗੇ ਉਹ ਕਦੇ ਵੀ। ਫਿਰ ਇਸ ਕਰਕੇ ਉਹਨਾਂ ਦੀ ਸਿਆਸੀ ਟੀਮ ਤਾਂ ਕ੍ਰਿਕਟ ਦੇ ਵਿੱਚ ਵੀ ਉਹ ਮਤਲਬ ਬੇਸਿਕਲੀ ਨਹੀਂ ਇਕੱਲੇ ਖੇਡਦੇ ਸੀ, ਇਕੱਲੇ ਖੇਡਦੇ ਸੀ। ਅਸਲੀ ਗੱਲ ਇਹ ਹੈ ਉਹ ਸਿੰਗਲ ਪਲੇਅਰ ਸੀ ਉਹ। ਚਲੋ ਪ੍ਰਮਾਤਮਾ ਉਹਨਾਂ ਨੂੰ ਸਮਰੱਥਾ ਬਖਸ਼ੇ, ਸਾਰਾ ਕੁਝ ਬਖਸ਼ੇ, ਪਰ ਮੇਰਾ ਖਿਆਲ ਹੈ ਵੀ ਉਹਨਾਂ ਨੂੰ ਸਿਆਸਤ ਤੋਂ ਕਾਫੀ ਦੇਰ ਪਹਿਲਾਂ ਹੀ ਕਿਨਾਰਾ ਕਰ ਲੈਣਾ ਚਾਹੀਦਾ ਸੀ। ਅਜੇ ਵੀ ਐਜ਼ ਅ ਬੀਇੰਗ ਗੁੱਡ ਹਿਊਮਨ ਬੀਇੰਗ, ਇਹ ਉਹਨਾਂ ਦਾ ਏਰੀਆ ਨਹੀਂ ਹੈ, ਛੱਡ ਕੇ ਉਹਨਾਂ ਨੂੰ ਆਰਾਮ ਨਾਲ ਕਰਨਾ ਚਾਹੀਦਾ। ਨਹੀਂ, ਪਰ ਜੇ ਆਉਣਾ ਚਾਹੁੰਦੇ ਆ, ਮੈਂ ਚਾਹੁੰਦਾ ਕਿ ਚੰਗੇ ਬੰਦਿਆਂ ਨੂੰ ਆਉਣਾ ਚਾਹੀਦਾ। ਹਾਲੇ ਤੱਕ ਸਿੱਧੂ ਸਾਹਿਬ ਦਾ ਇਮੇਜ ਇਹ ਬਣਿਆ ਹੋਇਆ ਸੀ ਕਿ ਉਹ ਇਮਾਨਦਾਰ ਨੇ। ਦੇਖੋ ਇਮਾਨਦਾਰੀ ਹੈ ਨਾ ਜਿਹੜੀ ਆਪਣੇ ਆਪ ਦੇ ਵਿੱਚ, ਤੇ ਕੰਪੀਟੈਂਸ, ਇਹ ਦੋ ਡਿਫਰੈਂਟ ਚੀਜ਼ਾਂ ਨੇ। ਦੇਖੋ ਇਮਾਨਦਾਰ ਤਾਂ ਮਤਲਬ ਜੇ ਤੁਸੀਂ ਦੇਖੋ ਨਾ ਉਸ ਹਿਸਾਬ ਦੇ ਨਾਲ ਮਨਮੋਹਨ ਸਿੰਘ ਵੀ ਬਹੁਤ ਇਮਾਨਦਾਰ ਸੀ। ਪੈਰਲਲ ਉਹਦਾ ਅਸੀਂ ਰਾਹੁਲ ਗਾਂਧੀ ਨੂੰ ਚੱਕ ਕੇ ਲਿਆਏ, ਉਹਨੇ ਜਦੋਂ ਉਹਦਾ ਪਾੜਿਆ ਉਹਦੇ ਵਿੱਚ। ਨਹੀਂ ਉਹ ਗੱਲ ਤੁਹਾਡੀ ਠੀਕ ਹੈ। ਮੇਰਾ ਕਹਿਣ ਦਾ ਭਾਵ ਇਹ ਸੀ ਕਿ ਜਿਵੇਂ ਲੋਕ ਕਹਿੰਦੇ ਜੀ ਸਿਆਸਤ ਦੇ ਵਿੱਚ ਬਹੁਤ ਗੰਦ ਪੈ ਗਿਆ ਹੋਇਆ, ਬਹੁਤ ਬੇਈਮਾਨ ਲੋਕ ਆ ਗਏ ਹੋਏ ਆ। ਮੈਂ ਕੱਲ੍ਹ ਹੀ ਕਿਤੇ ਪੜ੍ਹ ਰਿਹਾ ਸੀ ਕਿ ਹੁਣ ਤੱਕ ਆਜ਼ਾਦੀ ਤੋਂ ਮਗਰੋਂ ਹੁਣ ਤੱਕ ਜਿੰਨੇ ਘੁਟਾਲੇ ਹੋਏ ਆ, 80 ਲੱਖ ਕਰੋੜ ਰੁਪਈਆ ਤੁਹਾਡੇ ਟੈਕਸਾਂ ਦਾ ਬਹੁਤ ਵੱਡੇ ਵੱਡੇ ਇੰਡਸਟਰੀਲਿਸਟ, ਟ੍ਰੇਡਰਸ, ਲੀਡਰ ਖਾ ਕੇ ਹੋ ਗਏ ਆ, ਦੰਦ ਲਾਉਂਦੇ ਫਿਰਦੇ ਆ। 80 ਲੱਖ ਕਰੋੜ ਰੁਪਈਆ ਇੱਕ ਰਫ ਜਿਹਾ ਅੰਦਾਜ਼ਾ ਹੈਗਾ ਕਿ ਜਿਹੜੇ ਉਹ
ਖਾ ਕੇ ਉਹ ਗਏ ਹੈਗੇ ਆ। ਸੋ ਸਿਆਸਤ ਇਸ ਕਰਕੇ ਬਦਨਾਮ ਹੋ ਗਈ ਕਿਉਂਕਿ ਸਿਆਸਤ ਕੋਈ ਕਹਿ ਰਿਹਾ ਸੀ ਜੀ ਜੇ ਤੁਸੀਂ ਬੈਂਕ ਕੋਲੋਂ ਕਰਜ਼ਾ ਲੈ ਲਓ ਨਾ ਤੇ ਜੇ ਤੇ ਤੁਸੀਂ ਕਰਜ਼ਾ ਕਿਸ਼ਤਾਂ 'ਚ ਭਰਨਾ ਹੈ ਫਿਰ ਤੁਹਾਨੂੰ 27 ਸਾਲ ਲੱਗਣਗੇ, ਇੱਕ ਕਿਸ਼ਤ ਵੱਡੀ ਕਿਸ਼ਤ ਲਓਗੇ ਤੇ ਜੇ ਕਹਿੰਦੇ ਫਰਾਡ ਕਰ ਲਓ ਫਿਰ 14 ਸਾਲ ਬਾਅਦ ਜੇਲ੍ਹ 'ਚੋਂ ਵਾਪਸ ਆ ਜਾਓਗੇ। ਅਗਲਾ ਕਹਿੰਦਾ ਫਿਰ ਆਹ ਦੂਸਰਾ ਕੰਮ ਠੀਕ ਹੈ। ਅਸੀਂ ਦੇਖ ਹੀ ਰਹੇ ਹਾਂ, ਸਾਡੇ ਸਾਹਮਣੇ ਹੀ ਹੋ ਰਿਹਾ ਉਹ। ਮੈਂ ਉਹੀ ਗੱਲ ਕਹਿ ਰਿਹਾ ਸੀ ਕਿ ਇੰਡੀਵਿਜੂਅਲ ਇਮਾਨਦਾਰੀ ਤੇ ਜਿਹੜੀ ਇੰਸਟੀਟਿਊਸ਼ਨਲ ਇਮਾਨਦਾਰੀ ਹੈ ਇਹਨਾਂ 'ਚ ਫਰਕ ਹੈ। ਔਰ ਨਵਜੋਤ ਸਿੱਧੂ ਬਾਰੇ ਕਿਹਾ ਜਾਂਦਾ ਕਿਉਂਕਿ ਪੈਸੇ ਵਾਲੇ ਬੰਦੇ ਨੇ, ਪੈਸੇ ਦੀ ਲੋੜ ਨਹੀਂ ਉਹਨਾਂ ਨੂੰ। ਇਹ ਸੀ ਕਿ ਮੈਂ ਹਾਈਲਾਈਟ 'ਚ ਰਵਾਂ, ਮੈਂ ਪੰਜਾਬ ਤੇ ਰਾਜ ਕਰਨਾ ਚਾਹੁੰਦਾ। ਨਹੀਂ, ਉਹ ਆਪਣੇ ਇਮੇਜ ਨੂੰ ਪਿਆਰ ਕਰਦੇ ਨੇ, ਇਮੇਜ ਨੂੰ ਪਿਆਰ ਕਰਦੇ ਵੀ ਉਹਨਾਂ ਦਾ ਹੈ ਉਹ। ਚਲੋ ਉਸੇ ਨੂੰ ਵੀ ਪੰਜਾਬ ਸਮਝਦੇ ਨੇ। ਮੈਂ ਸਮਝਦਾ ਕਿ ਵਧੀਆ ਗੱਲ ਹੈ ਕਿ ਤੁਸੀਂ ਪੰਜਾਬ ਨੂੰ ਇੱਕ ਨਵਾਂ ਮਾਡਲ ਦੇਣਾ ਚਾਹੁੰਦੇ ਹੋ ਜਿਹੜਾ ਕਿ ਤੁਸੀਂ ਸਪਸ਼ਟ ਨਹੀਂ ਕਦੇ ਕੀਤਾ। ਚੰਗੀ ਗੱਲ ਹੈ ਕਿ ਤੁਸੀਂ ਉੱਪਰ ਆਵੋ, ਪਰ ਉਹਦੇ ਲਈ ਸਿਆਸਤ ਵਿੱਚ ਬਹੁਤ ਵੱਡੀਆਂ ਗੱਲਾਂ ਕੰਮ ਕਰਦੀਆਂ ਨੇ ਕਿ ਟੀਮ ਹੋਣੀ ਚਾਹੀਦੀ ਹੈ, ਇੱਕ ਸਟਰਕਚਰ ਹੋਣਾ ਚਾਹੀਦਾ ਤੁਹਾਡੇ ਕੋਲੇ, ਏਮ ਹੋਣਾ ਚਾਹੀਦਾ ਤੁਹਾਡੇ ਕੋਲੇ। ਔਰ ਇਹ ਨਹੀਂ ਕਿ ਤੁਸੀਂ ਜਿੱਥੇ ਵੀ ਜਾਓ ਆਪ ਹੀ ਸਿਆਸਤ ਵਾਲੇ ਤੇ ਜਿਹੜੇ ਇਹੋ ਜਿਹੇ ਪੋਲੇ ਬੋਲਦੇ ਆ, ਮਤਲਬ ਕਮਾਲ ਦੀ ਗੱਲ ਹੈ। ਉਹ ਜ਼ਿਆਦਾ ਤਕੜੇ ਉਹ ਤੁਹਾਡੇ 'ਚ ਹੈ ਨਹੀਂ। ਉਹ ਐਕਟਰ ਨੇ ਤਕੜੇ, ਉਹ ਹੁੰਦੀ ਹਿਊਮਿਲਿਟੀ, ਉਹ ਤੁਹਾਡੇ ਨਾਲੋਂ ਜ਼ਿਆਦਾ ਵੱਡੇ ਐਕਟਰ ਨੇ। ਹਾਂ, ਹਿਊਮਿਲਿਟੀ ਦੀ ਜਿਹੜੀ ਐਕਟਿੰਗ ਹੈ ਉਹ ਇਹਨਾਂ ਨੂੰ ਨਹੀਂ ਆਉਂਦੀ। ਸਿਰਫ ਲੋਕਾਂ ਨੂੰ ਹਸਾ ਲੈਣਾ, ਹਾਂ, ਮਤਲਬ ਜਿਹੜਾ ਉਹ ਫਿਰ ਵੋਟਾਂ ਦੇ ਵਿੱਚ ਨਹੀਂ ਬਦਲਿਆ ਜਾ ਸਕਦਾ। ਦੇਖੋ, ਮਨ ਪਰਚਾਵਾ ਸਿਆਸਤ ਨਹੀਂ ਹੈਗੀ। ਇਹ ਐਂਟਰਟੇਨਮੈਂਟ ਇੰਡਸਟਰੀ 'ਚੋਂ ਆਏ ਹੋਏ ਨੇ, ਸਾਡੇ ਸੀਐਮ ਸਾਹਿਬ ਵੀ ਇਹਦੇ 'ਚੋਂ ਆਏ ਹੋਏ ਨੇ। ਇਸ ਕਰਕੇ ਇਹਦੀਆਂ ਲਿਮਿਟੇਸ਼ਨਸ ਨੇ ਕਿਉਂਕਿ ਉੱਥੇ ਕੈਮਰੇ ਦੇ ਸਾਹਮਣੇ ਪਰਫਾਰਮ ਕਰਨਾ, ਪਬਲਿਕ ਨੂੰ ਦਾ ਮਨ ਜਿੱਤ ਲੈਣਾ, ਉਹ ਹੋਰ ਚੀਜ਼ਾਂ ਨੇ। ਉਹ ਬਿਲਕੁਲ ਜਿਹੜੀ ਕੰਕਰੀਟ ਜਿਹੜੀ ਪੋਲਿਟਿਕਸ ਹੈ ਗਰਾਊਂਡ ਲੈਵਲ ਦੀ, ਉਹਦੇ ਉੱਪਰ ਤਾਂ ਤੁਹਾਨੂੰ ਬਹੁਤ ਵੈਰਾਈਟੀ ਕਿਸਮ ਦੇ ਲੋਕਾਂ ਦੇ ਨਾਲ ਡੀਲ ਕਰਨਾ ਪੈਂਦਾ, ਬਹੁਤ ਵੱਡੀ ਵੈਰਾਈਟੀ ਨਾਲ। ਵੈਸੇ ਬਹੁਤ ਸਾਰੇ ਜਿਹੜੇ ਸਿਆਸਤਦਾਨ ਨੇ, ਕਈ ਜਿਹੜੇ ਆ ਸਾਡੇ ਕੋਲ ਇਤਿਹਾਸ ਵੀ ਉਹਨਾਂ ਦਾ ਕਿ ਉਹ ਇਧਰੋਂ ਨਿਕਲ ਕੇ ਜਿਵੇਂ ਸ਼ਤਰੂਘਨ ਸਿਨਹਾ ਆਏ, ਹੇਮਾ ਮਾਲਿਨੀ ਆਈ, ਧਰਮਿੰਦਰ ਆਏ, ਪੋਲਿਟਿਕਸ ਦੇ ਵਿੱਚ ਆਏ ਆ, ਪਰ ਉੱਪਰਲੇ ਪੱਧਰ ਤੇ ਜਿਹੜੇ ਆ ਨਾ ਉਹ ਨਹੀਂ ਪਹੁੰਚੇ। ਨਹੀਂ, ਉਹ ਡੈਕੋਰੇਟਿਵ ਵੈਲਿਊ ਹੈ ਉਹਨਾਂ ਦੀ। ਪੋਲੀਟੀਕਲ ਪਾਰਟੀਆਂ ਦੇ ਵਿੱਚ ਤੁਸੀਂ ਦੇਖੋ ਨਾ, ਸਾਊਥ ਦੇ ਵਿੱਚ ਤਾਂ ਹੋਇਆ ਐਂਟੀ ਰਾਮਾਰਾਓ ਵਗੈਰਾ, ਹੋਰ ਹੋਏ ਕੁਝ ਕਾਮਯਾਬ, ਪਰ ਸਾਡੇ ਇੱਧਰ ਨਾਰਥ ਦੇ ਵਿੱਚ ਜਿਹੜੀ ਐਕਟਰਸ ਦੀ ਵੈਲਿਊ ਹੈ, ਅਮਿਤਾਭ ਬੱਚਨ ਆਇਆ, ਰਜੇਸ਼ ਖੰਨਾ ਆਇਆ, ਸਾਰੇ ਵੱਡੇ ਸਟਾਰ ਲਿਆਂਦੇ ਗਏ ਔਰ ਜਿਹੜੀਆਂ ਹਾਈ ਕੰਸਟੀਚੁਐਂਸੀਜ਼ ਵੱਡੀਆਂ ਸੀ ਉਹਨਾਂ ਤੋਂ ਖੜੇ ਕੀਤੇ ਗਏ। ਲੋਕਾਂ ਨੇ ਰਿਸਪੌਂਸ ਵੀ ਦਿੱਤਾ, ਲੋਕਾਂ ਨੇ ਉਹਦੀ ਪਪੂਲੈਰਿਟੀ ਨੂੰ ਰਿਸਪੌਂਸ ਦਿੱਤਾ। ਸਰਕਾਰਾਂ ਨੂੰ ਵੀ ਫਿਕਰ ਪੈ ਗਿਆ ਕਿਉਂਕਿ ਜਿਹੜੇ ਤੁਸੀਂ ਜਦੋਂ ਐਕਟਰ ਫੜ ਕੇ ਲਿਆਉਂਦੇ ਹੋ ਜਾਂ ਤੁਸੀਂ ਸਪੋਰਟਸ ਵਾਲੇ ਫੜ ਕੇ ਲਿਆਉਂਦੇ ਹੋ, ਇਹਦਾ ਮਤਲਬ ਇਹ ਹੁੰਦਾ ਹੈ ਕਿ ਰਾਜਨੀਤੀ ਦੇ ਕੋਲੇ ਆਪਣੇ ਲੀਡਰ ਹੀ ਖਤਮ ਹੋ ਗਿਆ, ਖਾਲੀ ਹੈ। ਇਹਦਾ ਮਤਲਬ ਵੈਕਿਊਮ ਹੈ ਤੁਹਾਡੇ ਕੋਲੇ। ਇਹ ਬੜਾ ਸਪਸ਼ਟ ਗੱਲ ਹੈਗੀ ਹੈ। ਪਰ ਜਦੋਂ ਤੁਸੀਂ ਉਹਨਾਂ ਨੂੰ ਲੈ ਆਉਨੇ ਅੱਗੇ, ਫਿਰ ਉਹਨਾਂ ਨੂੰ ਉਹਨਾਂ ਦੀ ਸਪੇਸ ਨਹੀਂ ਦਿੰਦੇ। ਨਵਜੋਤ ਸਿੱਧੂ ਉਹਨਾਂ ਨਾਲ ਵੀ ਇੰਝ ਹੀ ਹੋਇਆ ਕਿ ਕਾਂਗਰਸ ਨੇ ਉਹਨਾਂ ਨੂੰ ਬੀਜੇਪੀ ਵਿੱਚੋਂ ਪੱਟ ਕੇ ਲਿਆਂਦਾ। ਇਸ ਸ਼ਰਤ ਦੇ ਉੱਤੇ ਰਾਹੁਲ ਗਾਂਧੀ ਹੋਣਾ ਨੇ ਕਹਿੰਦੇ ਉਹਨਾਂ ਨੂੰ ਸੀਐਮ ਬਣਾਇਆ ਜਾਊਗਾ ਤੇ ਤੈਨੂੰ ਡਿਪਟੀ ਸੀਐਮ ਬਣਾ ਲਿਆ ਜਾਊਗਾ। ਬਾਅਦ ਦੇ ਵਿੱਚ ਇਹ ਗੱਲ ਹੋਈ, ਫਾਈਨਲ ਇਹ ਡਿਸਾਈਡ ਹੋਇਆ ਵੀ ਅਗਲਾ ਸੀਐਮ ਤੁਸੀਂ ਹੋਵੋਗੇ। ਉਹ ਉਹਨਾਂ ਨੂੰ ਨਹੀਂ ਦਿੱਤਾ ਔਰ ਉਦੋਂ ਉਹਨਾਂ ਨੂੰ ਲੋਕਲ ਬਾਡੀਜ਼ ਮਿਨਿਸਟਰ ਬਣਾਤਾ, ਫਿਰ ਉਹ ਛੱਡ ਗਏ। ਫਿਰ ਬਾਅਦ ਦੇ ਵਿੱਚ ਐਂਡ ਦੇ ਵਿੱਚ ਉਹਨਾਂ ਨੂੰ ਪ੍ਰਧਾਨਗੀ ਬਣਾਉਣ ਤੱਕ ਦਾ ਜਿਹੜਾ ਬੜਾ ਵੱਡਾ ਡਰਾਮਾ ਆਇਆ ਔਰ ਅਖੀਰ ਤੱਕ ਜਦੋਂ ਚਰਨਜੀਤ ਚੰਨੀ ਹੋਣਾ ਨੂੰ ਮੁੱਖ ਮੰਤਰੀ ਬਣਾਉਣਾ ਸੀ ਤੇ ਨਵਜੋਤ ਸਿੱਧੂ ਹੋਣੀ ਇੱਕ ਦਿਨ ਪਹਿਲਾਂ ਇੱਕ ਟੀਵੀ ਵਾਲੇ ਪੱਤਰਕਾਰ ਦੇ ਨਾਲ ਸ਼ਰਤਾਂ ਲਾ ਰਹੇ ਸੀ ਕਿ ਜੇ ਮੈਂ ਸੀਐਮ ਨਾ ਬਣਿਆ ਤੇ ਮੈਂ ਤੈਨੂੰ ਮੰਨ ਜੂਗਾ, ਨਹੀਂ ਤੇ ਤੂੰ ਫਿਰ ਜਾ ਕੇ ਕਹਿੰਦਾ ਬਾਥਰੂਮ ਦੇ ਵਿੱਚ ਮੂੰਹ ਧੋ ਲਈ। ਇੱਕ ਦਿਨ ਪਹਿਲਾਂ ਕਹਿ ਰਹੇ ਸੀ। ਸੋ ਕਿਹਾ ਹੋਣਾ, ਵਾਅਦੇ ਕੀਤੇ ਗਏ ਹੋਣਗੇ, ਪਰ ਉਹੀ ਮੈਂ ਕਹਿ ਰਿਹਾ ਨਾ, ਉਹਨਾਂ ਨੂੰ ਉਹਨਾਂ ਦੀ ਸਪੇਸ ਨਹੀਂ ਦਿੱਤੀ। ਨਹੀਂ, ਉਹ ਸਪੇਸ ਗੱਲ ਇਹ ਹੈ ਵੀ ਉਹ ਸਪੇਸ ਲੀਡਰਸ਼ਿਪ ਦੇ ਵੀ ਹੱਥ 'ਚ ਨਹੀਂ ਹੁੰਦੀ ਹਮੇਸ਼ਾ। ਔਰ ਮੈਨੂੰ ਲੱਗਦਾ ਕਿ ਲਿਮਿਟੇਸ਼ਨਸ ਨੇ ਹਰ ਚੀਜ਼ ਦੀਆਂ। ਮੈਨੂੰ ਲੱਗਦਾ ਨਵਜੋਤ ਸਿੱਧੂ ਵੀ ਉਸ ਸਪੇਸ ਨੂੰ ਲੈਣ ਵਾਸਤੇ ਆਪਣੇ ਆਪ ਨੂੰ ਪ੍ਰੋਜੈਕਟ ਨਹੀਂ ਕਰ ਸਕੇ। ਤੁਸੀਂ ਕਿੱਡੇ ਵੱਡੇ ਸੀਐਮ ਨੂੰ ਹਟਾਉਣਾ ਸੀ, ਉਹਦੇ ਵੀ ਤਾਂ ਉਹਦੀਆਂ ਵੀ ਅਟੈਂਡੈਂਟ ਪ੍ਰੋਬਲਮਸ ਹੋਣੀਆਂ ਸੀ ਨਾ। ਅਮਰਿੰਦਰ ਸਿੰਘ ਨੇ ਨਹੀਂ ਹੋਣ ਦਿੱਤਾ, ਉਹਨੇ ਕਿਹਾ ਵੀ ਹੀ ਇਜ਼ ਅ ਡਿਜ਼ਾਸਟਰ, ਮੈਂ ਨਹੀਂ ਹੋਣ ਦਿਆਂਗਾ। ਉਹ ਸਕਸੈਸਫੁਲ ਸੀ ਇਸ ਗੱਲ ਦੇ ਵਿੱਚ, ਕੋਈ ਡਾਊਟ ਨਹੀਂ। ਸੋ ਇਹ ਹੈ ਕਿ ਇਸ ਵਕਤ ਦੀ ਤਾਜ਼ਾ ਸਥਿਤੀ ਹੈ ਕਿ ਨਵਜੋਤ ਸਿੱਧੂ ਹੋਣਾ ਨੂੰ ਜੋ ਕੱਲ ਸਜ਼ਾ ਸੁਣਾਈ ਗਈ ਹੈ ਸੁਪਰੀਮ ਕੋਰਟ ਦੇ ਵਿੱਚ, ਉਹਦੇ ਵਿੱਚ ਉਹਨਾਂ ਨੂੰ ਅੱਜ ਸਰੈਂਡਰ ਕਰਨਾ ਹੀ ਪੈਣਾ ਹੈ। ਖੁਦਾ ਨਾ ਖਾਸਤਾ ਕੋਈ ਇਸ ਤਰ੍ਹਾਂ ਦੀ ਗੱਲ ਹੋਰ ਵਾਪਰ ਜਾਂਦੀ ਹੈ ਕਿ ਸ਼ਾਮ ਤੱਕ ਕੋਈ ਰਿਲੀਫ ਉਹਨਾਂ ਨੂੰ ਮਿਲਦਾ ਹੈ, ਪਰ ਇਸ ਵਕਤ ਤੱਕ ਇਹ ਪਤਾ ਲੱਗਿਆ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਤੋਂ ਬਿਨਾਂ ਉਹਨਾਂ ਨੂੰ ਕੋਈ ਰਿਲੀਫ ਨਹੀਂ ਦੇ ਸਕਦਾ ਤੇ ਉਹਨਾਂ ਨੇ ਅੱਜ ਹੋਰ ਕੋਈ ਕੇਸ ਨਹੀਂ ਲੈਣਾ। ਜਿਹੜੇ ਆਲਰੇਡੀ ਕੱਲ ਕੇਸ ਲਿਸਟ ਹੋ ਚੁੱਕੇ ਹੋਏ ਆ ਉਹਨਾਂ ਤੇ ਹੀ ਗੱਲਬਾਤ ਹੋਣੀ ਹੈ। ਸੋ ਇਸ ਕਰਕੇ ਤਾਂ ਪੱਕਾ ਹੈ ਕਿ ਅੱਜ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਰਿਲੀਫ ਮਿਲਣ ਦੇ ਕੋਈ ਚਾਂਸ ਨਹੀਂ, ਉਹਨਾਂ ਨੂੰ ਅੱਜ ਸਰੈਂਡਰ ਕਰਨਾ ਹੀ ਪੈਣਾ ਹੈਗਾ। ਬਾਕੀ ਗੱਲ
ਸਥਿਤੀਆਂ ਤੇ ਡਿਪੈਂਡ ਕਰਦਾ ਹੈ। ਅਗਲੀ ਪਰ ਅਪੀਲ ਦੀ ਹੈ। ਜੀ, ਪਰ ਇੱਕ ਗੱਲ ਪੱਕੀ ਹੈ ਕਿ ਨਵਜੋਤ ਸਿੱਧੂ ਹੁਣਾਂ ਦੇ ਜੇਲ੍ਹ ਵਿੱਚ ਜਾਣ ਦੇ ਨਾਲ ਉਹਨਾਂ ਦੀ ਸਿਆਸੀ ਪਿੱਚ ਜਿਹੜੀ ਉਹਨਾਂ ਦੀ ਆਪਣੀ ਆ ਉਹਦੇ ਉੱਤੇ ਘਾਹ ਤਾਂ ਜ਼ਰੂਰ ਜੰਮੂਗਾ। ਇੱਕ ਉਹ ਹੁਣ ਸਾਲ ਵਾਰ ਪਰਦਾ ਗਿਰ ਗਿਆ ਸਾਲ ਬਾਅਦ ਆ ਕੇ ਕਿੰਨੇ ਕਾਮਯਾਬੀ ਨਾਲ ਉਹ ਗੱਲ ਕਰਦੇ ਆ, ਉਹਨਾਂ ਦੇ ਨਾਲ ਕਿੰਨੇ ਕੁ ਲੋਕ ਰਹਿੰਦੇ ਆ, ਕਿਉਂਕਿ ਸਿਆਸਤ ਇਹੋ ਜਿਹੀ ਚੀਜ਼ ਹੈ ਜਿੱਥੇ ਭਰਾ ਪਿਓ ਭੈਣ ਕਦੇ ਕਿਸੇ ਦੇ ਨਹੀਂ ਹੁੰਦੇ, ਸੀਟਾਂ ਚਾਹੀਦੀਆਂ ਨੇ। ਦੋ ਉਦਾਹਰਨਾਂ ਦੇ ਨਾਲ ਸਿਆਸਤ ਦੀ ਗੱਲ ਮੈਂ ਖਤਮ ਕਰਦਾ ਕਿ ਇੱਕ ਤਾਂ ਸਾਡੇ ਗੁਆਂਢੀ ਰਾਜ ਦੇ ਵਿੱਚ 2001 ਦੇ ਵਿੱਚ ਰੇਲੂ ਰਾਮ ਪੂਨੀਆ MLA ਹੁੰਦੇ ਸੀ। ਉਹਨਾਂ ਦੀ ਧੀ ਨੇ ਤੇ ਜਵਾਈ ਨੇ ਰਲ ਕੇ ਸਾਰਾ ਪਰਿਵਾਰ 8 ਮੈਂਬਰ ਮਾਂ ਪਿਓ ਭੈਣ ਭਰਾ ਭਤੀਜੀਆਂ 8 ਕਤਲ ਕਰ ਦਿੱਤੇ ਸੀ ਸਿਰਫ ਸਿਆਸਤ ਵਾਸਤੇ। ਅੱਜ ਦੋਨੋਂ ਹੀ ਜਾਣੇ ਮੀਆਂ ਬੀਵੀ ਜੇਲ੍ਹ ਦੇ ਵਿੱਚ ਨੇ। ਨੇਪਾਲ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਕਿ ਰਾਜਾ ਬਰਿੰਦਰ ਦੇ ਭਰਾ ਨੇ ਸਿਆਸਤ ਨੂੰ ਆਪਣੇ ਹੱਥ ਵਿੱਚ ਕਰਨ ਵਾਸਤੇ ਪੂਰੇ ਦਾ ਪੂਰਾ ਰਾਜ ਪਰਿਵਾਰ ਜ਼ਹਿਰ ਦੇ ਕੇ ਮਾਰ ਦਿੱਤਾ ਸੀਗਾ। ਔਰ ਉਸ ਤੋਂ ਬਾਅਦ ਕੋਈ ਭਿਣਕ ਨਹੀਂ ਨਿਕਲੀ ਕਿ ਉੱਥੇ ਕੀ ਹੋਇਆ, ਕਿਹੜੇ ਦੋਸ਼ੀ ਸੀਗੇ। ਸਿਆਸਤ ਦੇ ਵਿੱਚ ਕੁਝ ਵੀ ਸੰਭਵ ਹੈਗਾ, ਲੇਕਿਨ ਅਫਸੋਸ ਹੈ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਸਿਆਸਤ ਦੇ ਵੀ ਆਪਣੇ ਜਿਹੜੀਆਂ ਨੇ ਉਹ ਅਸੂਲ ਹੁੰਦੇ ਆ, ਉਹਦੀ ਵੀ ਆਪਣੀ ਨੈਤਿਕਤਾ ਹੈਗੀ ਆ। ਸੋ ਆਸ ਕਰਦੇ ਆ ਕਿ ਨਵਜੋਤ ਸਿੱਧੂ ਅਗਰ ਸਾਲ ਬਾਅਦ ਜਦੋਂ ਆਉਂਦੇ ਆ ਤਾਂ ਉਹ ਆਪਣੀ ਕਿਹੋ ਜਿਹੀ ਜ਼ਮੀਨ ਤਲਾਸ਼ਦੇ ਆ ਸਿਆਸਤ ਦੇ ਵਿੱਚ, ਔਰ ਉਦੋਂ ਤੱਕ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਹੋ ਚੁੱਕੀਆਂ ਹੋਣਗੀਆਂ, ਜਿਹੜੇ ਸਮਾਂ ਹੀ ਜਿਹੜਾ ਉਹ ਦੱਸੂਗਾ। ਸੋ ਭੱਟੀ ਸਾਹਿਬ, ਤੁਹਾਡਾ ਸਟੂਡੀਓ ਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।